सब्जियो बेसुमार अथाह अगनत अतुला। ज्यों बुलावो त्यों नानक दास बोलै। मैं मूर्ख की केतक बात है, कोट पराधी तरियारी। गुरु नानक जिन सुनिया पेखिया, से फिर गुरबास न परियारी। गुरु नानक जिन सुनिया पेखिया, से फिर गुरबास न परियारी। जुगो जुग अटल। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਹਜ਼ੂਰੀ ਅੰਦਰ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਗੁਰੂ ਨਾਨਕ ਸਾਹਿਬ ਦੀ ਯਾਦ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਗੁਰੂ ਨਾਨਕ ਸਾਹਿਬ ਦਾ ਪੁਰਬ ਮਨਾਉਣ ਦਾ ਭਾਵ ਅਰਥ ਇਹ ਹੈ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਗੁਰੂ ਨਾਨਕ ਸਾਹਿਬ ਦੇ ਇਤਿਹਾਸ ਨੂੰ ਪੜ੍ਹੀਏ, ਜ਼ਿਆਦਾ ਵਿਚਾਰੀਏ, ਜ਼ਿਆਦਾ ਆਪਣੇ ਜੀਵਨ ਨੂੰ ਗੁਰੂ ਨਾਨਕ ਸਾਹਿਬ ਦੇ ਉਪਦੇਸ਼ਾਂ ਅਨੁਸਾਰ ਢਾਲਣਾ ਕਰੀਏ। ਜੇ ਅਸੀਂ ਸੋਚ ਲਈਏ ਨਾ ਕਿ 1 ਘੰਟੇ ਦੇ ਵਿੱਚ ਅਸੀਂ ਗੁਰਪੁਰਬ ਮਨਾ ਲਿਆ ਤੇ ਸ਼ਾਇਦ ਸਫਲਾ ਹੋ ਜਾਏਗਾ, ਨਹੀਂ। ਜਦੋਂ ਆਪਾਂ ਕਿਸੇ ਪਹਾੜੀ ਨੂੰ ਵੇਖਣ ਜਾਂਦੇ ਹਾਂ, ਕਿਸੇ ਵੱਡੇ ਪਰਬਤ ਨੂੰ ਦੇਖਦੇ ਹਾਂ, ਤੇ ਦੂਰੋਂ ਹੀ ਸਭ ਤੋਂ ਪਹਿਲਾਂ ਸਾਡੀ ਨਜ਼ਰ ਜਾਂਦੀ ਉਹਦੇ ਸਿਖਰ ਵੱਲ। ਜਦੋਂ ਕਿਸੇ ਵੀ ਮਹਾਂਪੁਰਸ਼ ਦੀ ਗੱਲ ਹੋਵੇ ਨਾ, ਸਾਡਾ ਧਿਆਨ ਉਹਦੇ ਸਿਖਰ ਵੱਲ ਜਾਂਦਾ ਕਿ ਉਹ ਕਿੱਡਾ ਵੱਡਾ ਹੈ। ਤੇ ਜਿਹਨੂੰ 5ਵੇਂ ਜਾਮੇ 'ਚ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਖ ਦਿੱਤਾ, ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ। ਜਿਨ੍ਹਾਂ ਨੂੰ ਹਿੰਦੂ ਤੇ ਮੁਸਲਮਾਨ 2 ਧਰਮਾਂ ਨੇ ਆਖਿਆ, ਕਿਉਂਕਿ ਉਸ ਸਮੇਂ ਸੰਸਾਰ ਤੇ 2 ਵੱਡੇ ਧਰਮ ਸੀ, ਹਿੰਦੂ ਤੇ ਮੁਸਲਮਾਨ। ਉਹਨਾਂ ਨੇ ਦੋਨਾਂ ਨੇ ਮਿਲ ਕਰਕੇ ਆਖਿਆ, ਗੰਗ ਬਨਾਰਸ ਹਿੰਦੂਆਂ, ਮੁਸਲਮਾਨਾ ਮੱਕਾ ਕਾਬਾ। ਜਾਹਰ ਪੀਰ ਜਗਤ ਗੁਰ ਬਾਬਾ। ਦੋਨਾਂ ਧਰਮਾਂ ਨੇ ਆਪਣਾ ਜਾਹਰਾ ਪੀਰ ਮੰਨਿਆ ਜਗਤ ਗੁਰੂ ਬਾਬੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ। ਗੁਰੂ ਨਾਨਕ ਸਾਹਿਬ ਤੋਂ ਲੈ ਕਰਕੇ ਅੱਜ ਗੁਰੂ ਗ੍ਰੰਥ ਸਾਹਿਬ ਤੱਕ ਕੋਈ ਭੇਦ ਨਹੀਂ, ਇੱਕ ਹੀ ਜੋਤ ਹੈ। ਪਰ ਸਿਖਰ ਕਿੱਥੇ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਦਾ? ਸਿਖਰ ਕਿੱਥੇ ਤੱਕ ਹੈ? ਕਵੀ ਆਖਦਾ ਹੈ, ਜੇ ਸਿਖਰ ਦੇਖਣਾ ਹੋਵੇ ਨਾ ਗੁਰੂ ਨਾਨਕ ਸਾਹਿਬ ਮਹਾਰਾਜ ਦਾ, ਕਲਗੀ ਵਾਲਿਆ ਲਿਖਾਂ ਕੀ ਸਿਫਤ ਤੇਰੀ। ਕਾਗਜ਼ ਕਲਮ ਤੋਂ ਤੇਰਾ ਆਕਾਰ ਵੱਡਾ, ਤੇਰੇ ਚੋਜ ਤੇ ਤੇਰੀ ਵਡਿਆਈ ਵੱਡੀ। ਤੇਰੇ ਗੁਣਾਂ ਦਾ ਚੋਜੀ ਪੰਡਾਲ ਵੱਡਾ, ਤੇਰੀ ਤਨ ਕੁਰਬਾਨੀ ਮੇਰੇ ਸ਼ਹਿਨਸ਼ਾਹ ਜੀ। ਕੀਤਾ ਸਿਰਾਂ ਦਾ ਤੂੰ ਹੀ ਵਪਾਰ ਵੱਡਾ, ਜੁਗੋ ਜੁਗ ਨਾ ਲੱਥਣਾ ਹਿੰਦੁਸਤਾਨੀਆਂ ਤੋਂ। ਇਸ ਦੇਸ਼ ਤੇ ਤੇਰਾ ਉਦਾਰ ਵੱਡਾ। ਕਿਹੜੀ ਜ਼ੁਬਾਨ ਹੈ ਜਿਹੜੀ ਗੁਰੂ ਨਾਨਕ ਦੀ ਜੋਤ ਦੀ ਸੰਪੂਰਨ ਵਡਿਆਈ ਕਰ ਸਕਦੀ ਹੋਵੇ? ਕਿਹੜੀ ਕਲਮ ਹੈ ਜਿਹੜੀ ਸੰਪੂਰਨ ਵਡਿਆਈ ਨੂੰ ਲਿਖ ਸਕਦੀ ਹੋਵੇ? ਗੁਰੂ ਨਾਨਕ ਸਾਹਿਬ ਦੇ ਜੀਵਨ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ 10ਵੀਂ ਜੋਤ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਦਾ ਇੱਕ ਵਾਰ ਧਿਆਨ ਧਰੀਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਨਵਾਈਏ ਸੀਸ ਤੇ ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜਿੰਨੀ ਵੀ ਗੁਰਬਾਣੀ ਹੈ ਗੁਰੂ ਸਾਹਿਬ ਨੇ ਉਚਾਰਨ ਕੀਤੀ ਆ, ਕਿਸੇ ਨਾ ਕਿਸੇ ਸਮੇਂ ਨੂੰ ਮੁੱਖ ਰੱਖ ਕੇ ਉਚਾਰਨ ਕੀਤੀ ਹੋਈ ਹੈ। ਕਿਸੇ ਨਾ ਕਿਸੇ ਸਮੇਂ ਨੂੰ ਵਿਸ਼ੇਸ਼ ਕਰਕੇ ਮੁੱਖ ਰੱਖ ਕੇ। ਜਿਸ ਤਰ੍ਹਾਂ ਇਹ ਨਹੀਂ ਆ ਕਿ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਤੁਰੇ ਫਿਰਦੇ ਤੇ ਗੁਰਬਾਣੀ ਉਚਾਰਦੇ ਸੀ। ਉਹ ਕਿਸੇ ਨਾ ਕਿਸੇ ਜਗ੍ਹਾ ਜੇ ਦੀਪਾਲਪੁਰ ਗਏ,
ਉੱਥੇ ਕਿਸੇ ਨੇ ਆਖ ਦਿੱਤਾ ਬਾਬਾ ਰਾਤ ਰੁਕਣਾ ਤੇ ਆ ਪਿੰਡ ਦੇ ਪਰਲੇ ਬੰਨੇ ਧਰਮਸ਼ਾਲਾ ਉੱਥੇ ਚਲਾ ਜਾ। ਤੇ ਜਦੋਂ ਗੁਰੂ ਨਾਨਕ ਸਾਹਿਬ ਗਏ ਤੇ ਕੀ ਦੇਖਿਆ, ਇੱਕ ਕੁਠੀਆ ਬਣੀ ਹੋਈ, ਕੁੱਲੀ ਬਣੀ ਹੋਈ ਆ। ਉਹ ਦਪਾਲਪੁਰ ਦਾ ਬੜਾ ਵੱਡਾ ਸ਼ਾਹੂਕਾਰ ਹੁੰਦਾ ਸੀ। ਪੁਰਬਲੇ ਕਰਮਾਂ ਕਰਕੇ ਉਹਨੂੰ ਕੋੜ ਹੋ ਗਿਆ ਤੇ ਬੱਚਿਆਂ ਨੇ ਕੁੱਲੀ ਬਣਾ ਕੇ ਬਾਹਰ ਛੱਡ ਆਏ। ਤੇ ਇਸ ਕਿਸੇ ਸ਼ਰਾਰਤੀ ਅਨਸਰ ਨੇ ਕਿਹਾ ਬਾਬਾ ਧਰਮਸ਼ਾਲਾ ਉੱਥੇ ਰੁਕ ਜਾ ਕੇ। ਹੁਣ ਜਗਤ ਗੁਰ ਬਾਬਾ ਜਾਣੀ ਜਾਣ ਪਹੁੰਚ ਗਿਆ। ਬਾਬਾ ਜਦੋਂ ਕੋਲ ਗਿਆ ਤੇ ਉਹਦੇ ਅੰਦਰੋਂ ਆਵਾਜ਼ ਆ ਰਹੀ, ਹਾਏ ਹਾਏ, ਦਰਦਾਂ ਹੋ ਰਹੀਆਂ, ਗਲਿਆ ਸੜਿਆ ਸਰੀਰ ਸੀ ਦਪਾਲਪੁਰ ਦੇ ਕੋੜੀ ਦਾ। ਪਰ ਜਦੋਂ ਜਗਤ ਗੁਰੂ ਬਾਬੇ ਨੇ ਆਖਿਆ ਮਰਦਾਨਿਆ ਰਬਾਬ ਜਾ ਬਾਣੀ ਆਈ ਆ, ਤੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਟਾਈ। ਤੇ ਜਦੋਂ ਸ਼ਬਦ ਗਾਇਆ ਨਾ ਬਾਬੇ ਨੇ ਆਪਣੀ ਰਸਨਾ ਤੋਂ, ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵਿਲ ਲਾਏ। ਉਹਦੀਆਂ ਚੀਕਾਂ ਬੰਦ ਹੋ ਗਈਆਂ, ਉਹਦੀ ਦਰਦ ਬੰਦ ਹੋ ਗਈ, ਉਹ ਸ਼ਾਂਤ ਹੋ ਗਿਆ, ਕਿਉਂਕਿ ਬਾਣੀ ਤੇ ਪੱਥਰਾਂ ਪਰਬਤਾਂ ਨੂੰ ਵੀ ਤਾਰ ਦਿੰਦੀ ਹੈ। ਫਿਰ ਬਾਬੇ ਨੇ ਆਵਾਜ਼ ਮਾਰੀ, ਕਹਿੰਦੇ ਪਿਆਰਿਆ ਬਾਹਰ ਆ, ਝੌਂਪੜੀ ਦਾ ਦਰਵਾਜ਼ਾ ਖੋਲ। ਕਹਿੰਦਾ ਤੁਸੀਂ ਕੌਣ ਹੋ ਮਹਾਂਪੁਰਸ਼ ਹੋ? ਕਹਿੰਦੇ ਮਹਾਰਾਜ, ਕਹਿੰਦੇ ਤੂੰ ਬਾਹਰ ਆ। ਕਹਿੰਦੇ ਮਹਾਰਾਜ ਇਸ ਇਲਾਕੇ ਦੇ ਲੋਕ ਮੇਰੀ ਸ਼ਕਲ ਦੇਖਣਾ ਨਹੀਂ ਚਾਹੁੰਦੇ ਤੇ ਮੈਨੂੰ ਆਪਣੀ ਸ਼ਕਲ ਦਿਖਾਉਣਾ ਨਹੀਂ ਚਾਹੁੰਦੇ। ਇੱਥੇ ਤੇ ਬਾਹਰ ਇੱਕ ਭਾਂਡਾ ਰੱਖਿਆ, ਇਹਦੇ 'ਚ ਖਾਣ ਨੂੰ ਕੁਝ ਪਾ ਜਾਣ ਤੇ ਮੈਂ ਸ਼ਾਮ ਨੂੰ ਛਕ ਲੈਣਾ ਇੱਕ ਟਾਈਮ, ਬਾਕੀ ਮੈਂ ਦਰਦਾਂ ਨਾ ਤੜਫਦਾ ਹਾਂ। ਪਰ ਜਿਹੜੀ ਆ ਬਾਬਾ ਤੇਰੀ ਅੰਮ੍ਰਿਤ ਬਾਣੀ ਸੁਣੀ ਹੈ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਕਹਿੰਦੇ ਬਾਣੀ ਸੁਣੀ ਆ, ਮੇਰੀ ਪਰਮਗਤੀ ਜਿਵੇਂ ਹੋ ਗਈ, ਸਰੀਰ ਤੇ ਮੇਰਾ ਜੇ ਗਲਿਆ ਪਰ ਮੇਰੀਆਂ ਦਰਦਾਂ ਖਤਮ ਹੋ ਗਈਆਂ। ਬਾਬਾ ਕਹਿੰਦਾ ਦਰਵਾਜ਼ਾ ਖੋਲ, ਬਾਹਰ ਆ। ਜਦੋਂ ਬਾਹਰ ਆਇਆ ਨਾ ਤੇ ਬਾਬੇ ਦੇ ਚਰਨਾਂ ਤੇ ਢਹਿ ਪਿਆ, ਤੇ ਜਿਹਦੇ ਕੋਲ ਕੋਈ ਖੜਦਾ ਨਹੀਂ ਸੀ, ਸਰੀਰ 'ਚੋਂ ਪਾਕ ਵਗਦੀ, ਗਲਿਆ ਸਰੀਰ ਸੀ, ਬਾਬੇ ਨੇ ਉਹਨੂੰ ਘੁੱਟ ਕੇ ਗਲਵਕੜੀ 'ਚ ਲਿਆ ਤੇ ਜਿਵੇਂ ਕਰੰਟ ਚੱਲਦਾ ਸਰੀਰ 'ਚ, ਇਸ ਤਰ੍ਹਾਂ ਇੱਕ ਛਿਨ ਦੇ ਵਿੱਚ ਸਰੀਰ ਅਰੋਗ ਹੋ ਗਿਆ। ਮੇਰਾ ਬੈਦ ਗੁਰ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਦਮਦਮੀ ਟਕਸਾਲ ਦੇ ਮਹਾਂਪੁਰਸ਼ਾਂ ਨੇ ਨਾ ਗੁਰਬਾਣੀ ਦੀ ਉਥਾਨਕਾ ਦੱਸੀ ਹੋਈ ਆ। ਇਹ ਸ਼ਬਦ ਕਦੋਂ ਉਚਾਰਿਆ, ਇਹ ਸ਼ਬਦ ਕਿਉਂ ਉਚਾਰਨ ਦੀ ਲੋੜ ਪਈ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ, ਮੈਂ ਤੁਹਾਡੇ ਨਾਲ ਦੋ ਤਿੰਨ ਸ਼ਬਦਾਂ ਦੀ ਸਾਂਝ ਪਾਵਾਂ। ਤਿਲੰਗ ਮਹੱਲਾ ਪਹਿਲਾ। ਕਈ ਵੀਰ ਕਹਿੰਦੇ ਅਸੀਂ ਉਥਾਨਕਾਂ ਨੂੰ ਨਹੀਂ ਮੰਨਦੇ। ਮੈਂ ਆਖਦਾ ਹੁੰਦਾ ਠੀਕ ਹੈ, ਅਸੀਂ ਵਹਿਮਾਂ ਭਰਮਾਂ ਕਰਮ ਕਾਂਡਾਂ ਪਖੰਡਾਂ 'ਚ ਨਹੀਂ ਪੈਣਾ। ਗੁਰਬਾਣੀ ਨੇ ਸਾਨੂੰ ਵਹਿਮਾਂ ਭਰਮਾਂ ਕਰਮ ਕਾਂਡਾਂ ਪਖੰਡਾਂ 'ਚੋਂ ਕੱਢ ਕੇ ਇੱਕ ਅਕਾਲ ਪੁਰਖ ਨਾਲ ਜੋੜਿਆ। ਅਸੀਂ ਵਹਿਮਾਂ 'ਚ ਨਹੀਂ ਪੈਣਾ। ਜੇ ਉਥਾਨਕਾ ਸਾਨੂੰ ਸ਼ਬਦ ਨੂੰ ਸਮਝਣ ਦੀ ਸੋਝੀ ਮਿਲਦੀ ਉਥਾਨਕਾ ਦੇ ਨਾਲ, ਤੇ ਕੋਈ ਬੁਰਾਈ ਨਹੀਂ। ਦਮਦਮੀ ਟਕਸਾਲ ਦੇ ਮਹਾਂਪੁਰਸ਼ ਲਿਖਦੇ ਹਨ ਕਿ ਜਦੋਂ ਸੈਦਪੁਰ ਗਏ ਐਮਨਾਬਾਦ ਗੁਰੂ ਨਾਨਕ ਸਾਹਿਬ ਮਹਾਰਾਜ, ਉੱਥੇ ਦੀ ਵਾਰਤਾ ਅੱਜ ਆਪ ਦੇ ਨਾਲ ਮੈਂ ਸਾਂਝੀ ਕਰਾਂਗਾ ਕਿ ਆਪਣੇ ਮਿੱਤਰ ਭਾਈ ਲਾਲੋ ਨੂੰ ਉਹਨਾਂ ਨੇ ਉਪਦੇਸ਼ ਬਖਸ਼ਿਆ ਤੇ ਕੀ ਆਖਿਆ। ਤਲੰਗ ਮਹੱਲਾ ਪਹਿਲਾ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਮੇ ਲਾਲੋ। ਹੁਣ ਪ੍ਰਤੱਖ ਸਮਝ ਆ ਰਿਹਾ ਨਾ ਕਿ ਭਾਈ ਲਾਲੋ ਨੂੰ ਕਹਿ ਰਿਹਾ, ਇਹ 'ਚ ਕੋਈ ਦੂਸਰੀ ਰਹਿ ਹੀ ਨਹੀਂ। ਫਿਰ ਪੰਚਮ ਪਾਤਸ਼ਾਹ ਜਦੋਂ ਆਪਣੇ ਇੱਕ ਸ਼ਰਧਾਲੂਆਂ ਦੇ ਗ੍ਰਹਿ ਵਿਖੇ ਗਏ, ਜਿਸ ਨੇ ਸ਼ਰਧਾ ਵਸ ਹੋ ਕਰਕੇ ਲੰਗਰ ਲਾਉਣ ਵਾਸਤੇ ਮਜਬੂਰੀ ਕਾਰਨ ਉਹਨਾਂ ਨੂੰ ਚੋਰੀ ਕਰਨੀ ਪਈ ਸੀ, ਕਿਉਂਕਿ ਉਹ ਮਾਹੌਲ ਹੀ ਇਸ ਤਰ੍ਹਾਂ ਦਾ ਬਣ ਗਿਆ ਸੀ। ਪਰ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਗਏ ਤੇ ਉਹਨਾਂ ਨੂੰ ਪਤਾ ਲੱਗਿਆ ਕਿ ਇਹਨੇ ਆਪਣੇ ਪੁੱਤਰ ਦਾ ਸਿਰ ਕੱਟ ਲਿਆ ਗੁਰੂ ਘਰ ਦੀ ਮਰਜ਼ਾਦਾ ਪਿੱਛੇ, ਕਿ ਗੁਰੂ ਘਰ ਨੂੰ ਕਿਤੇ ਨਰਾਦਰੀ ਨਾ ਹੋ ਜਾਵੇ, ਕਿ ਕੋਈ ਇਹ ਨਾ ਕਹੇ ਵੀ ਇਹ ਲੰਗਰ ਵੀ ਲਾਉਂਦੇ ਤੇ ਚੋਰੀਆਂ ਕਰਦੇ, ਪਛਾਣ ਨਾ ਆਏ। ਮੈਂ ਕਿਸੇ ਦਿਨ ਆਪ ਦੇ ਨਾਲ ਵਾਕਿਆ ਸਾਂਝਾ ਕਰਾਂਗਾ। ਚੌਬੋਲੇ ਮਹੱਲਾ ਪੰਜਵਾਂ। ਉੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸ਼ਬਦ ਉਚਾਰਿਆ ਸੀ, ਸੰਮਣ ਜੋ ਇਸ ਪ੍ਰੇਮ ਕੀ ਦਮ ਕਿਉ ਹੋਤੀ ਸਾਟ, ਰਾਵਣ ਹੋਤੇ ਸੋ ਰੰਕਨ ਹੈ ਜਿਨ ਸਿਰ ਦੀਨੇ ਕਾਟ। ਕਹਿੰਦੇ ਲੰਕਾਪਤੀ ਰਾਵਣ ਕੋਈ ਗਰੀਬ ਥੋੜੀ ਸੀ, ਜਿਨੇ ਆਪਣੇ ਇਸ਼ਟ ਨੂੰ ਖੁਸ਼ ਕਰਨ ਵਾਸਤੇ 10-10 ਵਾਰ ਆਪਣਾ ਸਿਰ ਕੱਟ ਕੇ ਭੇਟ ਕੀਤਾ ਸੀ। ਸੋ ਮੈਂ ਆਪਣੇ ਵਿਸ਼ੇ ਵੱਲ ਵਾਪਸ ਪਰਤਾਂ। ਗੁਰੂ ਨਾਨਕ ਸਾਹਿਬ ਮਹਾਰਾਜ
ਸੰਸਾਰ ਨੂੰ ਤਾਰਦੇ ਹੋਏ ਜਦੋਂ ਪਹੁੰਚ ਜਾਂਦੇ ਹਨ ਸੈਦਪੁਰ ਐਮਨਾਬਾਦ। ਅੱਜ ਮੇਰੇ ਮਨ ਅੰਦਰ ਵੈਸੇ ਵਿਚਾਰ ਇਹ ਸੀ ਕਿ ਮੈਂ ਆਪ ਨਾਲ ਗੁਰੂ ਨਾਨਕ ਸਾਹਿਬ ਦਾ ਵਿਆਹ ਪੁਰਬ ਸਾਂਝਾ ਕਰਾਂਗਾ, ਪਰ ਆਉਂਦਿਆਂ ਆਉਂਦਿਆਂ ਮਨ 'ਚ ਇਹ ਵਿਚਾਰ ਫੁਰਨਾ ਬਣ ਗਿਆ ਕਿ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇਲਾ ਲੋ, ਕਿਉਂਕਿ ਆਪਾਂ ਆਪਣੀ ਮਰਜ਼ੀ ਨਾਲ ਕੋਈ ਨਹੀਂ ਬੋਲ ਸਕਦੇ। ਬੇਸ਼ੁਮਾਰ ਅਥਾਹ ਅਗਨਤ ਅਤੋਲੇ ਜਿਉਂ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸੋ ਪਿਆਰਿਓ, ਸਮਾਂ ਘੱਟ ਹੈ, 7:30 ਅਸੀਂ ਸਮਾਪਤੀ ਕਰ ਦੇਣੀ। ਅੱਜ ਸੰਗਤਾਂ ਦੀਆਂ ਬੇਨਤੀਆਂ ਸੀ ਕਿ 7:30, ਮੈਂ ਅੱਜ ਬੇਨਤੀ ਕੀਤੀ 7:45 ਕਰ ਦਈਏ, ਕਹਿੰਦੇ ਨਹੀਂ ਬਾਬਾ ਜੀ 7:30 ਕਰ ਦਿਓ, ਫਿਰ ਬੀਬੀਆਂ ਬੱਚੇ ਲੇਟ ਹੋ ਜਾਂਦੇ। ਇਸ ਕਰਕੇ 6:30 ਤੋਂ 7:30 ਹੀ ਪ੍ਰੋਗਰਾਮ ਹੋਇਆ ਕਰੇਗਾ। ਜਦੋਂ ਗੁਰੂ ਨਾਨਕ ਪਾਤਸ਼ਾਹ ਪਹੁੰਚੇ ਨਾ ਆਪਣੇ ਇੱਕ ਗਰੀਬ ਮਿੱਤਰ ਕੋਲ, ਪਹਿਲਾਂ ਆਪਾਂ ਸੁਣਦੇ ਨਾ ਕਿ ਹਿੰਦੂ ਧਰਮ 'ਚ ਆਖਿਆ ਜਾਂਦਾ ਪ੍ਰਭੂ ਭੀਲਣੀ ਦੇ ਜੂਠੇ ਬੇਰ ਖਾਣ ਚਲੇ ਗਏ, ਹੋਰ ਵੀ ਕਈ ਤਰ੍ਹਾਂ ਦੀਆਂ ਉਦਾਹਰਨਾਂ ਦਿੱਤੀਆਂ ਜਾਂਦੀਆਂ। ਤੇ ਜਦੋਂ ਗੁਰੂ ਨਾਨਕ ਸਾਹਿਬ ਗਏ, ਇੱਕ ਪਾਸੇ ਸੀ ਮਲਕ ਭਾਗੋ ਦਾ ਦਰਬਾਰ, ਜਿੱਥੇ ਬੜੇ ਵੱਡੇ ਪੱਧਰ 'ਤੇ ਲੰਗਰ ਲੱਗਿਆ ਹੋਇਆ ਸੀ, ਜਿੱਥੇ ਭੰਡਾਰਾ ਚੱਲ ਰਿਹਾ ਸੀ। ਇੱਕ ਬੰਨੇ ਬੜਾ ਗਰੀਬ ਲਾਲੋ ਤਰਖਾਣ ਸੀ। ਭਾਈ ਲਾਲੋ ਤਰਖਾਣ ਜਿਹੜਾ ਸੀ ਨਾ, ਉਹਦੇ ਘਰ ਗੁਰੂ ਨਾਨਕ ਸਾਹਿਬ ਗਏ ਅਤੇ ਲਾਲੋ ਤਰਖਾਣ ਨੇ ਮਿੱਸੀ ਰੋਟੀ ਖਵਾਈ, ਜੋ ਘਰ ਵਿੱਚ ਹੈ ਸੀ, ਗਰੀਬੀ ਦਾਵਾ ਸੀ, ਮਿਸਤਰੀ ਬੰਦਾ ਸੀ ਤਰਖਾਣ। ਅਤੇ ਸ਼ਾਮ ਨੂੰ ਬੈਠੇ, ਰਾਤ ਗੁਰੂ ਗੁਰੂ ਜਪਦਿਆਂ ਲੰਘ ਗਈ। ਜਦੋਂ ਸਵੇਰ ਹੋਇਆ ਨਾ, ਤੇ ਕਹਿੰਦੇ ਬਾਬਾ ਸਾਡੇ ਇਲਾਕੇ ਦਾ ਹਾਕਮ ਬੜਾ ਹੀ ਜ਼ਾਲਮ ਹੈ, ਮਲਕ ਭਾਗੋ ਹੈ। ਗੁਰੂ ਬਾਬਾ ਕਹਿੰਦਾ ਕੀ ਕਰਦਾ ਉਹ? ਕਹਿੰਦਾ ਬਾਬਾ ਸਾਰਾ ਸਾਲ ਹੀ ਲੋਕਾਂ ਨੂੰ ਲੁੱਟਦਾ ਹੈ, ਅਤੇ ਸਾਲ ਬਾਅਦ ਇੱਕ ਦਿਨ ਬ੍ਰਹਮ ਭੋਜ ਕਰ ਦਿੰਦਾ ਲੋਕਾਂ ਨੂੰ ਖੁਸ਼ ਕਰਨ ਵਾਸਤੇ, ਅਤੇ ਉਦੋਂ ਸਾਰਿਆਂ ਨੂੰ ਖੁਸ਼ ਕਰਕੇ ਹੀਰੇ ਵੀ ਦਿੰਦਾ, ਮੋਹਰਾਂ ਦੀਆਂ ਥਾਲੀਆਂ ਵੀ ਦਿੰਦਾ ਪੰਡਤਾਂ ਨੂੰ, ਬ੍ਰਾਹਮਣਾਂ ਨੂੰ, ਵਿਦਵਾਨਾਂ ਨੂੰ, ਕਿਉਂਕਿ ਰਾਜਨੀਤਿਕ ਆਗੂਆਂ ਦੀ ਇੱਕ ਸੋਚ ਹੁੰਦੀ ਹੈ। ਅੱਜ ਵੀ ਉਹੀ ਕੁਝ ਹੋ ਰਿਹਾ। 5 ਸਾਲ ਲੁੱਟਣਗੇ, ਫਿਰ ਯਾਦ ਆ ਜਾਏਗਾ ਕਦੇ ਸਰਸੇ ਵਾਲੇ ਦਾ ਡੇਰਾ, ਕਦੇ ਭਨਿਆਰੇ ਵਾਲੇ ਦਾ ਡੇਰਾ, ਅਤੇ ਕਦੇ ਮਰੇ ਹੋਏ ਆਸੂਤੋਸ ਦੇ ਡੇਰੇ 'ਤੇ ਪਹੁੰਚ ਜਾਣਗੇ। ਮੈਂ ਇਹ ਵੀ ਹੈਰਾਨ ਹੋ ਜਾਂਦਾ ਕਈ ਵਾਰ ਕਿ ਇੱਧਰ 'ਤੇ ਪਹੁੰਚ ਜਾਂਦੇ ਝਾਟੀ ਜਾ ਕੇ, ਉੱਥੇ ਕੀ ਅੰਦਰ ਜਾ ਕੇ ਦੇਖਣਾ, ਦਰਬਾਰ ਸਾਹਿਬ ਦੇਖਣਾ, ਪਰ ਆਸ਼ੂਤੋਸ਼ ਨੂੰ ਅੱਜ ਮਰੇ ਨੂੰ ਕਿੰਨੇ ਸਾਲ ਹੋ ਗਏ, ਡੀਪ ਫ੍ਰਿਜਰ ਦੇ ਵਿੱਚ ਲਾਇਆ ਹੋਇਆ ਹੈ। ਇਹਦੋਂ ਵੱਧ ਹਨੇਰਾ ਕਿਤੇ ਹੋ ਸਕਦਾ ਜਿੰਨਾ ਕਹਿੰਦੇ ਸਾਇੰਸ ਬੜੀ ਤਰੱਕੀ ਕਰ ਗਈ। ਅੱਜ ਡਾਕਟਰ ਵੀ ਉੱਥੇ ਫੇਲ ਕਰ ਦਿੱਤੇ ਉਹਨਾਂ ਨੇ, ਕਹਿੰਦੇ ਨਹੀਂ ਸੰਤ ਜੀ ਸਮਾਧੀ 'ਚ, ਡੀਪ ਫ੍ਰਿਜ 'ਚ ਲੱਗੇ ਹੋਏ ਸੰਤ ਜੀ। ਝਗੜਾ ਹੈ ਜਾਇਦਾਦ ਦਾ, ਜੇ ਮਰਿਆ ਸਿੱਧ ਹੋ ਗਿਆ ਤਾਂ ਬੱਚੇ ਮਾਲਕੀਅਤ ਸਾਂਭ ਲੈਣਗੇ। ਪਰ ਰਾਜਨੀਤਿਕ ਦਾ ਦਬਾਅ ਕਰਕੇ, ਵੋਟਾਂ ਦਬਾਅ ਕਰਕੇ ਜਿਹੜੇ ਉੱਥੇ ਪੁਜਾਰੀ ਵਰਗ ਆ ਉਹ ਉਹਨੂੰ ਛੱਡਦੇ ਨਹੀਂ, ਕਹਿੰਦੇ ਨਹੀਂ ਸੰਤ ਜੀ ਸਮਾਧੀ 'ਚ। ਇਹ ਜੀ ਉੱਠਣਗੇ, ਇਹ ਖੜ੍ਹੇ ਹੋ ਜਾਣਗੇ। ਮੈਂ ਕਹਿੰਦਾ ਉਹਨਾਂ ਨੂੰ ਕੋਈ ਪੁੱਛਣ ਵਾਲਾ ਹੋਵੇ, ਠੀਕ ਹੈ ਭਾਈ ਮੈਂ ਵੀ ਮੰਨਦਾ ਤੁਹਾਡਾ ਸੰਤ ਸਮਾਧੀ 'ਚ, ਜਿਹੜਾ ਕਹਿੰਦਾ ਸਾਹਮਣੇ ਆਓ ਕੌਣ ਕਹਿੰਦਾ ਸਮਾਧੀ 'ਚ। ਇੱਕ ਇਸੇ ਤਰ੍ਹਾਂ ਦਾ ਡੀਪ ਫ੍ਰਿਜ ਹੋਰ ਲਿਆਓ ਅਤੇ ਇਹ 24 ਘੰਟੇ ਵਾਸਤੇ ਇਹਨਾਂ ਨੂੰ ਡੀਪ ਫ੍ਰਿਜ 'ਚ ਪਾ ਦਿਓ। ਤੁਹਾਡਾ ਸੰਤ 6-7 ਸਾਲ 8 ਸਾਲ ਸਮਾਧੀ ਲਾ ਸਕਦਾ, ਤੁਸੀਂ 24 ਘੰਟੇ ਨਹੀਂ ਲਾ ਸਕਦੇ। ਤੁਸੀਂ 24 ਘੰਟੇ ਡੀਪ ਫ੍ਰਿਜ 'ਚ ਰਹਿ ਜਾਓ, ਜੇ ਜੀਵਤ ਨਿਕਲ ਆਓਗੇ ਤਾਂ ਅਸੀਂ ਵੀ ਤੁਹਾਡੇ ਸੰਤ ਨੂੰ, ਮਹਾਂਪੁਰਸ਼ ਨੂੰ ਮੰਨਣ ਲੱਗ ਪਾਂਗੇ ਵੀ ਵਾਕਿਆ ਗੱਲ ਸਹੀ ਆ। ਭਾਵ ਕਿ ਅੱਜ ਵੀ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਨਾ ਕਿ ਉਸ ਸਮੇਂ ਜਿਵੇਂ ਅੰਧੇਰਾ ਸੀ, ਅੱਜ ਵੀ ਸੰਸਾਰ ਅੰਧੇਰੇ ਦੇ ਵਿੱਚ ਹੀ ਫਸਿਆ, ਅੱਜ ਵੀ ਕਰਮ ਕਾਂਡਾਂ 'ਚ ਫਸਿਆ, ਅੱਜ ਵੀ ਪਖੰਡਾਂ 'ਚ ਉਸੇ ਤਰ੍ਹਾਂ ਫਸਿਆ ਹੋਇਆ। ਜਿਹਨੇ ਤੇ ਗੁਰੂ ਗ੍ਰੰਥ ਸਾਹਿਬ ਕੋਲੋਂ ਸੇਧ ਲੈ ਲਈ, ਉਹਦਾ ਨਾ ਬੱਚਾ ਮੰਗਲਾ ਪੈਦਾ ਹੁੰਦਾ ਅਤੇ ਨਾ ਉਹਦੀ ਬੱਚੀ ਮੰਗਲੀ ਪੈਦਾ ਹੁੰਦੀ ਆ। ਨਾ ਹੀ ਉਹ ਸਾਹਾ ਕਢਾਉਂਦਾ ਵਿਆਹ ਦਾ, ਅਤੇ ਨਾ ਹੀ ਉਹਨੂੰ ਕੋਈ ਕਿਸੇ ਗੱਲ ਦੀ ਟੈਨਸ਼ਨ ਹੁੰਦੀ, ਅਤੇ ਨਾ ਹੀ ਉਹ ਕੁੰਡਲੀ ਬਣਵਾਉਂਦਾ ਹੈ। ਜਿਹਨੇ ਗੁਰੂ, ਸੱਚੇ ਗੁਰੂ ਦਾ ਜਿਹਨੇ ਓਟ ਆਸਰਾ ਗੁਰਮੁਖ ਪਿਆਰਿਓ ਲੈ ਲਿਆ। ਗੁਰੂ ਨਾਨਕ ਸਾਹਿਬ ਨੂੰ ਕਹਿੰਦਾ ਬਾਬਾ ਉਹਨੇ ਬ੍ਰਹਮ ਭੋਜ ਕੀਤਾ, ਪਰ ਉਹਦੀਆਂ 2 ਸ਼ਰਤਾਂ ਵਾਂ। ਜਿਹੜਾ ਆਏਗਾ ਮੋਹਰਾਂ ਦੀਆਂ ਥਾਲੀਆਂ ਭਰ ਭਰ ਕੇ ਦਿੰਦਾ। ਇਹ ਵੀ ਇਸੇ ਤਰ੍ਹਾਂ ਕਰਦੇ। ਹੁਣ 22 'ਚ ਇਲੈਕਸ਼ਨ ਆ ਰਹੀ ਆ, ਇਹਨਾਂ ਪਤਾ ਨਹੀਂ ਕਿੰਨਾ ਕਿੰਨਾ ਪੈਸਾ ਵੰਡ ਦੇਣਾ, ਸ਼ਰਾਬੀਆਂ ਨੂੰ ਸ਼ਰਾਬ ਵੰਡ ਦੇਣੀ, ਅਤੇ ਮਲਕ ਭਾਗੋ ਵੀ ਉਹੀ ਕੰਮ ਕਰਦਾ ਸੀ। ਇੰਨਾ ਬਾਬੇ ਨਾਨਕ ਨੇ ਉਪਦੇਸ਼ ਸਾਨੂੰ ਬਖਸ਼ਿਆ, ਅਸੀਂ ਫਿਰ ਵੀ ਬਾਬੇ ਦੀ ਬਾਣੀ ਤੋਂ ਸੇਧ ਨਹੀਂ ਲੈ ਸਕੇ। ਗੁਰਪੁਰਬ ਮਨਾਈ ਜਾਂਦੇ ਬਾਬੇ ਨਾਨਕ ਦਾ। ਬਾਬੇ ਨਾਨਕ ਨੇ ਕਿਤੇ ਇਸ ਤਰ੍ਹਾਂ ਇਕੱਠ ਕੀਤਾ ਹੀ ਨਹੀਂ, ਕਿਤੇ ਦੀਵਾਨ ਲਾਇਆ ਹੀ ਨਹੀਂ ਬਾਬੇ ਨੇ। ਕਦੇ ਬਾਬੇ ਨੇ ਉਪਦੇਸ਼ ਦਿੱਤਾ ਸ਼ਮਸ਼ਾਨ ਘਾਟ 'ਚ ਬਹਿ ਕੇ, ਨਾ ਹਮ ਹਿੰਦੂ ਨਾ ਮੁਸਲਮਾਨ। ਕਦੇ ਬਾਬੇ ਨਾਨਕ ਪਾਤਸ਼ਾਹ ਨੂੰ ਪਤਾ ਲੱਗਾ ਹਰਿਦੁਆਰ ਬੜਾ ਪੰਡਿਆਂ ਦਾ ਇਕੱਠ ਹੁੰਦਾ,
ਤੇ ਬਾਬਾ ਜੀ ਹਰਿਦੁਆਰ ਹੀ ਪਹੁੰਚ ਗਏ। ਇਕੱਠ ਕਿਹਨਾਂ ਕੀਤਾ? ਇਕੱਠ ਪੰਡਿਆਂ ਨੇ ਕੀਤਾ। ਤੇ ਇਕੱਠ ਨੂੰ ਵਰਤਿਆ ਕਿਹਨੇ? ਸਾਡੇ ਬਾਬੇ ਨੇ ਵਰਤਿਆ। ਉਹਨੇ ਉਪਦੇਸ਼ ਦਿੱਤਾ ਉਹਨਾਂ ਨੂੰ। ਉਹਨੇ ਦੇਖਿਆ ਕਿ ਉਹ ਸੂਰਜ ਵੱਲ ਨੂੰ ਪਾਣੀ ਝੱਟੀ ਜਾ ਰਹੇ ਦੋ ਉਦੂ, ਤੇ ਬਾਬੇ ਨੇ ਜਾ ਕੇ ਜਿੱਧਰ ਨੂੰ ਸੂਰਜ ਡੁੱਬਦਾ ਸੀ ਉਧਰ ਨੂੰ ਪਾਣੀ ਝੱਟਣਾ ਸ਼ੁਰੂ ਕਰ ਦਿੱਤਾ। ਉਹ ਕਹਿੰਦੇ ਪੁਜਾਰੀ ਕੋਈ ਅਣਜਾਣ ਹੈ, ਇਹਨੂੰ ਪਤਾ ਨਹੀਂ ਹੈ। ਉਹ ਆ ਕੇ ਕਹਿੰਦੇ, ਉਹ ਭਾਈ ਕੀ ਕਰ ਰਿਹਾ ਤੂੰ? ਉਹ ਇੱਧਰ ਨੂੰ ਪਾਣੀ ਦੇ ਤੂੰ ਉਲਟੀ ਦਿਸ਼ਾ ਨੂੰ ਦੇ ਰਿਹਾ। ਕਹਿੰਦਾ ਕਿਉਂ? ਇੱਧਰ ਨੂੰ ਕਿਉਂ ਦੇ ਰਹੇ ਤੁਸੀਂ? ਕਹਿੰਦੇ ਅਸੀਂ ਤੇ ਸੂਰਜ ਨੂੰ ਪਾਣੀ ਦੇ ਰਹੇ, ਦੇਵਤੇ ਨੂੰ, ਨਾਲੇ ਸਾਡੇ ਪਿੱਤਰ ਹਨ ਨਾ ਉੱਥੇ ਜਿਹੜੇ ਮਰੇ ਹੋਏ, ਉਹਨਾਂ ਤੱਕ ਪਾਣੀ ਪਹੁੰਚੇਗਾ। ਤੇ ਬਾਬਾ ਕਹਿੰਦਾ ਮੈਨੂੰ ਮਤਲਬ ਹੀ ਕੋਈ ਨਹੀਂ ਉਹਨਾਂ ਦਾ। ਮੇਰੀ ਤੇ 300 ਕਿਲੋਮੀਟਰ ਦੂਰ ਇੱਥੋਂ ਕਰਤਾਰਪੁਰ 'ਚ ਖੇਤੀ ਬੜੀ ਸੁੱਕ ਰਹੀ ਆ, ਮੈਂ ਤਾਂ ਆਪਣੀ ਖੇਤੀ ਨੂੰ ਪਾਣੀ ਦੇ ਰਿਹਾ। ਉਹ ਹੱਸਣ ਲੱਗ ਪਏ ਜਿਵੇਂ ਕਿਸੇ ਦਾ ਮਖੌਲ ਉਡਾਈਦਾ। ਕਹਿੰਦੇ ਇੱਥੋਂ ਤੁਹਾਡਾ ਪਾਣੀ ਕਿਵੇਂ ਜਾਏਗਾ ਇੰਨੀ ਦੂਰ? ਕਹਿੰਦੇ ਅੱਛਾ ਤੁਸੀਂ ਇਹ ਦੱਸੋ ਮੈਨੂੰ, ਸੂਰਜ ਕਿੰਨੇ ਕਿਲੋਮੀਟਰ ਹੈ ਇੱਥੋਂ? ਕਹਿੰਦੇ ਪਤਾ ਹੀ ਨਹੀਂ ਕਿੰਨੇ, ਬਹੁਤ ਦੂਰ ਹੋਏਗਾ, ਤਾਂ ਹਜ਼ਾਰਾਂ ਕਿਲੋਮੀਟਰ ਤੋਂ ਵੱਧ ਹੋਏਗਾ। ਤੇ ਕਹਿੰਦੇ ਪਿੱਤਰ ਵੀ ਤੁਹਾਡੇ ਉੱਥੇ ਬੈਠੇ ਸੂਰਜ ਕੋਲ ਹੀ? ਕਹਿੰਦੇ ਹਾਂ। ਤੇ ਕਹਿੰਦੇ ਜੇ ਤੁਹਾਡਾ ਪਾਣੀ ਇੰਨੀ ਦੂਰ ਚਲਾ ਜਾਏਗਾ ਤੇ ਤੁਹਾਡੇ ਵੱਲ ਵੇਖ ਕੇ ਤੇ ਮੈਂ ਛਿੱਟੇ ਮਾਰ ਰਿਹਾ ਕਿ ਮੇਰਾ 300 ਕਿਲੋਮੀਟਰ ਚਲਾ ਹੀ ਜਾਏਗਾ। ਉਹਨਾਂ ਦਾ ਭਰਮ ਦੂਰ ਕੀਤਾ ਗੁਰੂ ਨਾਨਕ ਸਾਹਿਬ ਨੇ ਉਹਨਾਂ ਦੇ ਇਕੱਠ ਨੂੰ ਵਰਤ ਕੇ। ਬਾਬੇ ਨੂੰ ਪਤਾ ਲੱਗਾ ਕਿ ਮੱਕੇ ਬੜੀ ਸੰਗਤ ਜਾਂਦੀ ਆ, ਤੇ ਮੱਕੇ ਅੱਜ ਵੀ ਮੁਸਲਮਾਨ ਤੋਂ ਬਿਨਾਂ ਕੋਈ ਜਾ ਨਹੀਂ ਸਕਦਾ, ਮਨਾਹੀ ਹੈ ਜਾਣ ਦੀ ਉੱਥੇ। ਉਹ ਜਾਣ ਨਹੀਂ ਦਿੰਦੇ, ਕਿਸੇ ਲੰਘਣ ਨਹੀਂ ਦਿੰਦੇ ਗਾਂ। ਪਰ ਬਾਬੇ ਨੇ ਕੀ ਕੀਤਾ? ਫਿਰ ਬਾਬਾ ਮੱਕੇ ਗਿਆ, ਨੀਲ ਬਸਤਰ ਧਾਰ ਬਨਵਾਰੀ। ਉਹਨਾਂ ਵਰਗੇ ਵਸਤਰ ਧਾਰ ਕੇ ਨਾ, ਉਹਨਾਂ ਦਾ ਰੂਪ ਵਟਾ ਕੇ ਬਾਬਾ ਮੱਕੇ ਪਹੁੰਚ ਗਿਆ। ਉਹ ਕਹਿੰਦੇ ਬੜਾ ਵੱਡਾ ਕੋਈ ਹਾਜੀ ਆ ਰਿਹਾ ਜੇ ਹੱਜ ਕਰਨ ਵਾਸਤੇ, ਨਾਲ ਮਰਦਾਨਾ ਸੀ, ਬਾਲਾ ਸੀ। ਪਹੁੰਚ ਗਿਆ ਉੱਥੇ ਤੇ ਜਾ ਕੇ ਕੀ ਕੀਤਾ? ਬੈਠਾ ਜਾਏ ਮਸੀਤ ਵਿੱਚ। ਇਹ ਨਹੀਂ ਕਿ ਬਾਹਰ ਜਾ ਕੇ ਬਹਿ ਗਿਆ, ਮਸੀਤ ਦੇ ਅੰਦਰ ਆ ਗਿਆ। ਜਿੱਥੇ ਹਾਜੀ ਹੱਜ ਗੁਜ਼ਾਰੀ, ਜਿੱਥੇ ਹਾਜੀ ਹੱਜ ਪੜ੍ਹਦਾ ਸੀ ਨਾ ਬਹਿ ਕੇ, ਉੱਥੇ ਜਾ ਕੇ ਬਹਿ ਗਿਆ। ਕਹਿੰਦੇ ਬੜਾ ਵੱਡਾ ਹਾਜੀ ਹੈ ਇਹ। ਬੜਾ ਵੱਡਾ ਕੌਤਕ ਕੀਤਾ ਬਾਬੇ ਨੇ। ਉੱਥੋਂ ਹੀ ਪੀਰ ਦਾ ਬੇਟਾ ਨਾਲ ਲੈ ਕੇ ਗਏ ਸੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ। ਬਗਦਾਦ ਦੇ ਵਿੱਚ ਗਏ, ਬਗਦਾਦ ਦੇ ਦਸਤਗੀਰ ਪੀਰ ਦਾ ਬੇਟਾ ਲੈ ਕੇ। ਅਕੜਾ ਪ੍ਰਸ਼ਾਦੀ ਦੇਗ ਨਾ ਇਹ ਧੁਰੋਂ ਦਰਗਾਹੋਂ ਆਈ ਸੀ। ਮੈਂ ਜਿਸ ਦਿਨ ਦੇਗ ਦਾ ਵਿਚਾਰ ਕਰਾਂਗਾ ਉਸ ਦਿਨ ਇਹ ਸਾਰਾ ਵਿਸ਼ਾ ਆਪ ਦੇ ਨਾਲ ਬਾਬੇ ਨਾਨਕ ਦਾ ਇੱਕ ਇੱਕ ਕਰਕੇ ਆਪਾਂ ਵਿਸ਼ਾ ਵਿਚਾਰ ਕੇ ਚੱਲਾਂਗੇ। ਸੋ ਗੁਰੂ ਬਾਬੇ ਨੂੰ ਪਤਾ ਲੱਗਿਆ ਕਿ ਬਗਦਾਦ ਦੇ ਵਿੱਚ ਨਮਾਜ਼ਾਂ ਤੇ ਮਨਾਈ ਆ, ਬਾਂਗ ਤੇ ਮਨਾਈ ਆ, ਤੇ ਬਾਬਾ ਜੀ ਨੇ ਉੱਥੇ ਜਾ ਕੇ ਬਾਂਗ ਦਿੱਤੀ ਤੇ ਉਹਨਾਂ ਦਾ ਇਕੱਠ ਬਾਬੇ ਦੇ ਵਿਰੋਧ ਵਿੱਚ ਹੋਇਆ, ਪਰ ਬਾਬੇ ਦੇ ਚਰਨਾਂ ਤੇ ਟਹਿ ਪਏ। ਇਕੱਠ ਉਹਨਾਂ ਦਾ ਵਰਤਿਆ ਸਾਡੇ ਬਾਬੇ ਨੇ। ਅੱਜ ਇੱਥੇ ਕੀ ਆ? ਇਕੱਠ ਹੁੰਦਾ ਬਾਬੇ ਦੇ ਨਾਂ ਤੇ ਵਰਤ ਜਾਂਦੇ ਰਾਜਨੀਤਿਕ ਲੀਡਰ ਆਗੂ। ਇਕੱਠ ਕਰਦੇ ਬਾਬੇ ਦੇ ਨਾਂ ਤੇ ਗੁਰਪੁਰਬ ਮਨਾਉਂਦੇ ਆ, ਤੇ ਸਭ ਤੋਂ ਪਹਿਲਾਂ ਸੱਦਿਆ ਜਾਂਦਾ ਫਲਾਨਾ ਐਮਐਲਏ ਬੁਲਾ ਲਓ, ਉਹਨੂੰ ਬੁਲਾ ਲਓ, ਇਹਨੂੰ ਬੁਲਾ ਲਓ। ਫਿਰ ਇੱਥੇ ਸਰੋਪੇ ਉਹਨਾਂ ਨੂੰ ਪਾਏ ਜਾਂਦੇ, ਉਹਨਾਂ ਦੀ ਵਡਿਆਈ ਕੀਤੀ ਜਾਂਦੀ। ਤੇ ਅਸੀਂ ਕਹਿੰਦੇ ਬਾਬੇ ਦੀ ਖੁਸ਼ੀ ਨਹੀਂ ਮਿਲੀ। ਇਸ ਤਰ੍ਹਾਂ ਗੁਰਮੁਖੋ ਖੁਸ਼ੀ ਨਹੀਂ ਮਿਲਣੀ। ਖੁਸ਼ੀ ਕਿਵੇਂ ਮਿਲਣੀ? ਇਹ ਕਹਿ ਦੋ, ਮੈਂ ਮੂਰਖ ਕੀ ਕੇਤਕ ਬਾਤ ਹੈ, ਹੋਠ ਪਰਾਦੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਵੇਖਿਆ, ਸੇ ਫਿਰ ਗਰਬਾਸ ਨਾ ਭਰਿਆ ਰੇ। ਆਹ ਗੁਰੂ ਨਾਨਕ ਹੈ, ਗੁਰੂ ਗ੍ਰੰਥ ਸਾਹਿਬ। ਆਹ ਸ਼ਬਦ ਗੁਰੂ ਨਾਨਕ ਹੈ। ਸ਼ਬਦ ਨੂੰ ਦੇਖਣਾ ਕਰ, ਵਿਚਾਰਨਾ ਕਰ, ਪੜ੍ਹਨਾ ਕਰ। ਆਖਦੇ ਹਨ ਭਾਈ ਲਾਲੋ ਕਹਿੰਦਾ ਬਾਬਾ ਬੜਾ ਜ਼ਾਲਮ, ਦੋ ਸ਼ਰਤਾਂ, ਜਾਏਗਾ ਤੇ ਮੋਹਰਾਂ ਦੀਆਂ ਥਾਲੀਆਂ ਮਿਲਣਗੀਆਂ ਉਹਦੇ ਬ੍ਰਹਮ ਭੋਜ ਤੇ, 36 ਕਿਸਮ ਦਾ ਭੋਜਨ ਮਿਲੇਗਾ। ਨਹੀਂ ਜਾਏਗਾ ਤੇ ਉਹ ਬੜਾ ਜ਼ਾਲਮ, ਜੇ ਸਜ਼ਾਏ ਮੌਤ ਵੀ ਦੇ ਸਕਦਾ। ਪਹਿਲੇ ਸਮੇਂ ਇਸੇ ਤਰ੍ਹਾਂ ਕਰਦੇ ਸੀ ਹਾਕਮ। ਬਾਬਾ ਕਹਿੰਦਾ ਭਾਈ ਐਸੇ ਜ਼ਾਲਮ ਦੇ ਨਹੀਂ ਜਾਣਾ, ਉਹਦਾ ਭੋਜਨ ਨਹੀਂ ਛਕਣਾ ਐਸੇ ਜ਼ਾਲਮ ਦਾ। ਤੇ ਕਹਿੰਦੇ ਬਾਬਾ ਜੇ ਤੁਸੀਂ ਨਹੀਂ ਜਾਣਾ ਤੇ ਫਿਰ ਮੈਂ ਵੀ ਨਹੀਂ ਜਾਣਾ। ਜਦੋਂ ਬ੍ਰਹਮ ਭੋਜ ਹੋਇਆ, ਮਲਕ ਭਾਗੋ ਨੇ ਪੁੱਛਿਆ ਕੋਈ ਹੈ ਸੈਦਪੁਰ ਦੇ ਵਿੱਚ ਇੱਥੇ ਜਿਹੜਾ ਆਪਣੇ ਘਰ ਨਾ ਆਇਆ ਹੋਏ ਬ੍ਰਹਮ ਭੋਜ ਤੇ? ਕਹਿੰਦੇ ਇੱਕ ਲਾਲੋ ਤਰਖਾਣ ਹੈ। ਕਹਿੰਦੇ ਉਹਦੀ ਕਿਵੇਂ ਹਿੰਮਤ ਪੈ ਗਈ ਨਾ ਆਉਣ ਦੀ? ਹੁੰਦਾ ਨਾ ਵੀ ਇਕੱਠ ਹੋ ਜਾਵੇ, ਕਿਰਾਏ ਤੇ ਬੰਦੇ ਲੈ ਕੇ ਵੀ ਰਾਜਨੀਤਿਕ ਵਾਲੇ ਇਕੱਠ ਕਰਦੇ ਆ ਕਿ ਦੂਜੀਆਂ ਪਾਰਟੀਆਂ ਨੂੰ ਲੱਗੇ ਵਾਹ ਬਈ ਫਲਾਨੀ ਪਾਰਟੀ ਦਾ ਬੜਾ ਹੀ ਇਕੱਠ, ਉਹਨਾਂ ਦੇ ਪਿੱਛੇ ਬੜੇ ਲੋਕ, ਅਸੀਂ ਵੀ ਇੱਧਰ ਹੀ ਜੁੜ ਜਾਂਦੇ ਹਾਂ। ਕਿਰਾਏ ਤੇ ਦਿਹਾੜੀ ਤੇ ਬੰਦੇ ਲਿਆ ਕੇ। ਹੁਣ ਮਲਕ ਭਾਗੋ ਵੀ ਦਿਹਾੜੀ ਤੇ ਲਿਆਉਂਦਾ ਸੀ, ਉਹ ਮੋਹਰਾਂ ਦੀਆਂ ਥਾਲੀਆਂ ਦਿੰਦਾ, ਗਰੀਬ ਪਹੁੰਚ ਜਾਂਦੇ ਸੀ ਉੱਥੇ। ਚੱਲ ਮੋਹਰਾਂ ਥਾਲੀ ਲੋ ਵੇਖੀ ਜਾਏਗੀ, ਕਿਹੜੀ ਗੱਲ। ਉਸ ਸਮੇਂ ਵੋਟ ਸਿਸਟਮ ਤਾਂ ਹੈ ਹੀ ਨਹੀਂ ਸੀ, ਪਰ ਉਹ ਆਪਣੇ ਨਾਲ ਜੋੜਨ ਦੀ ਲੋਕਾਂ ਨੂੰ ਵੀ ਮੇਰੇ ਵਿਰੁੱਧ ਕੋਈ ਖੜਾ ਨਾ ਹੋਵੇ। ਤੇ ਆਖਦੇ ਹਨ ਮਲਕ ਭਾਗੋ ਨੂੰ ਦੱਸਿਆ, ਕਹਿੰਦੇ ਇੱਕ ਉਹ ਨਹੀਂ ਆਇਆ ਤਰਖਾਣ, ਇੱਕ ਉਹਦੇ ਘਰ ਕੋਈ ਬਾਬਾ ਆਇਆ ਸੰਤ, ਤੇ ਦੋ ਉਹਦੇ ਚੇਲੇ ਉਹ ਵੀ ਨਹੀਂ ਆਏ।
ਕਹਿੰਦਾ ਇਉਂ ਕਰੋ, ਪੁਲਿਸ ਨੂੰ ਭੇਜੋ, ਫੋਰਸ ਨੂੰ ਲੈ ਕੇ ਆਉਣ। ਆਏ, ਬਾਬੇ ਨੂੰ ਨਾਲ ਲੈ ਕੇ ਗਏ। ਤੇ ਬਾਬਾ ਜੀ ਜਦੋਂ ਜਾ ਕੇ ਉੱਥੇ ਪਹੁੰਚੇ ਨਾ, ਤੇ ਮਲਕ ਭਾਗੋ ਨੇ ਆਖਿਆ, ਬਾਬਾ 36 ਕਿਸਮ ਦੇ ਭੋਜਨ ਇੱਥੇ, ਤੇ ਤੁਸੀਂ ਉੱਥੇ ਜਾ ਕੇ ਕੋਧਰੇ ਦੀ ਰੋਟੀ ਖਾਂਦੇ ਪਏ ਜੇ। ਸਾਰੀ ਰਾਤ ਇਹ ਵਿਚਾਰ ਚੱਲਦੀ ਰਹੀ ਸੀ ਭਾਈ ਲਾਲੋ ਦੇ ਨਾਲ। ਜਦੋਂ ਭਾਈ ਲਾਲੋ ਨੇ ਆਖਿਆ, ਬਾਬਾ ਉਹ ਬੜਾ ਜ਼ਾਲਮ, ਬਾਬੇ ਨੇ ਕਿਹਾ ਕੁਝ ਨਹੀਂ ਜ਼ਾਲਮ, ਹੋ ਅਜੇ ਬੜੇ ਵੱਡੇ ਜ਼ਾਲਮ ਆਉਣੇ ਆ। ਹੁਣ ਜੇ ਕਿਸੇ ਨਾਲ ਮਿੱਤਰਤਾ ਹੋਵੇ ਤਾਂ ਪੁੱਛ ਲਈਦਾ ਕਿ ਭਾਈ ਸਾਹਿਬ ਜੀ ਦੱਸ ਹੀ ਦਿਓ। ਗੁਰੂ ਨਾਨਕ ਸਾਹਿਬ ਤੇ ਆਪਣੇ ਆਪ ਨੂੰ ਭਰਾ ਹੀ ਸਮਝਦੇ ਸੀ ਸਾਰਿਆਂ ਦਾ। ਕਹਿੰਦੇ ਭਾਈ ਬਾਲਾ, ਭਾਈ ਮਰਦਾਨਾ, ਮੈਂ ਤੁਹਾਡਾ ਭਰਾ, ਤੁਸੀਂ ਮੇਰੇ ਭਰਾ। ਕਹਿੰਦੇ ਬੜੇ ਜ਼ਾਲਮ ਆਉਣੇ। ਤੇ ਭਾਈ ਲਾਲੋ ਨੇ ਚਰਨੀ ਫੜ ਲਏ, ਬਾਬਾ ਦੱਸੋ ਜ਼ਾਲਮ ਕਿਹੜੇ ਆਉਣੇ। ਚਿੰਤਾ ਜੀ ਹੋ ਜਾਂਦੀ ਹੈ ਨਾ। ਤੇ ਉਸ ਸਮੇਂ ਬਾਬੇ ਨੇ ਫਿਰ ਆਖਿਆ, ਮਰਦਾਨਿਆ ਵਜਾ ਹੁਣ ਰਬਾਬ। ਫਿਰ ਬਾਣੀ ਆਈ ਆ, ਛੇੜ ਰਬਾਬ। ਜਦੋਂ ਵੱਜੀ ਰਬਾਬ ਤੇ ਬਾਬੇ ਦੇ ਮੁਖ ਤੋਂ ਨਿਕਲਿਆ, ਤਿਲੰਗ ਮਹੱਲਾ ਪਹਿਲਾ। ਤਿਲੰਗ ਰਾਗ ਵਿੱਚ ਪਹਿਲੇ ਪਾਤਸ਼ਾਹ ਦੀ ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 722 ਅੰਗ ਤੇ ਸੋਭਤ ਹੈ। जैसी मैं आवे खसम की बाणी, तैसड़ा करी ज्ञान वे लालो। कहते भाई लालो देखो, अपना आप समर्पण करना, भाव कि अपना आप जिताउणा नहीं कि मैं तेनू दस रहा। कहते मैं नहीं कुछ कह रहा। जैसी मैं आवे खसम की बाणी, तैसड़ा करी ज्ञान वे लालो। जैसा मैनू खसम का हुक्म आई जा रहा ना, मैं लालो वैसा तुहानू ज्ञान दई जा रहा। अपने मित्र नू आखदे हन, जैसी मैं आवे खसम की बाणी, तैसड़ा करी ज्ञान में लालो। कहते की होएगा सुन फिर, पाप की जंज लै काबलों ताया। कहते हुण काबल तो चढ़ के आएगा जालम, बाबर आएगा चढ़ के काबल तो। पाप की जंज लै काबलों ताया, जोरी मंगै दान वे लालो। बाबा वो की करेगा? ਕਹਿੰਦੇ ਜ਼ਬਰਦਸਤੀ ਦਾਨ ਮੰਗੇਗਾ ਤੁਹਾਡੇ ਕੋਲੋਂ। ਦਾਨ ਮੰਗਦੇ ਸੀ ਨਾ, ਕਹਿੰਦੇ ਹੁੰਦੇ ਸੀ ਜਿਹੜੀਆਂ ਸੁੰਦਰ ਬੱਚੀਆਂ ਉਹ ਸਾਡੇ ਹਵਾਲੇ ਕਰ ਦਿਓ, ਜਿੰਨਾ ਖਜ਼ਾਨਾ ਉਹ ਸਾਨੂੰ ਦੇ ਦਿਓ। ਉਹ ਸਾਰਾ ਲੈ ਜਾਂਦੇ ਹੁੰਦੇ ਸੀ। ਤੇ ਉਸੇ ਦੀ ਉਪਜ ਅੱਜ ਵੀ ਚੱਲਦੀ ਆ। ਉਹ ਤਲਵਾਰ ਦੇ ਜ਼ੋਰ ਦੇ ਨਾਲ ਸਾਰਾ ਧਨ ਵੀ ਲੈ ਜਾਂਦੇ ਸੀ, ਲੜਕੀ ਵੀ ਚੁੱਕ ਕੇ ਲੈ ਜਾਂਦੇ ਸੀ। ਤੇ ਅੱਜ ਵੀ ਜਦੋਂ ਲੜਕਾ ਵਿਆਹੁਣ ਜਾਂਦਾ, ਉਹਨੇ ਹੱਥ 'ਚ ਕਿਰਪਾਨ ਫੜੀ ਹੁੰਦੀ, ਭਾਵੇਂ ਮੂੰਹ ਤੇ ਦਾੜੀ ਨਾ ਹੋਏ, ਭਾਵੇਂ ਸਿਰ ਤੇ ਕੇਸ ਨਾ ਹੋਣ, ਭਾਵੇਂ ਪਤਾ ਵੀ ਨਾ ਕਿਰਪਾਨ ਨੂੰ ਫੜੀਦਾ ਕਿਵੇਂ। ਮੈਂ ਤਾਂ ਇੱਕ ਜਗ੍ਹਾ ਐਸਾ ਵੀ ਦੇਖਿਆ, ਉਹਨੇ ਕਿਰਪਾਨ ਨੂੰ ਮੁੱਠੀ ਉੱਧਰ ਨੂੰ ਕਿਤੇ ਇੱਦਾਂ ਫੜ ਰੱਖੀ ਸੀ। ਭਾਵ ਕਿ ਰੀਤੀ ਰਿਵਾਜ ਅੱਜ ਵੀ ਉਹੀ ਆ। ਉਹ ਕਿਰਪਾਨ ਲੈ ਕੇ ਜਾਂਦੇ ਸੀ, ਸਾਰੇ ਪਿੰਡ ਨੂੰ ਕਹਿੰਦੇ ਸੀ ਆਹ ਕੁੜੀ ਸਾਡੇ ਨਾਲ ਤੋਰ ਦਿਓ, ਨਾਲ ਧਨ ਵੀ ਦੇ ਦਿਓ। ਤੇ ਉਹ ਸਾਰੇ ਗੱਡਿਆਂ 'ਤੇ ਧਨ ਲਾ ਦਿੰਦੇ ਸੀ। ਅੱਜ ਵੀ ਇਉਂ ਹੀ ਲੱਗਦਾ ਹੁੰਦਾ ਕਿ ਜਿਵੇਂ ਉਹ ਜਰਨੈਲ ਦੇ ਹੱਥ 'ਚ ਕਿਰਪਾਨ ਹੁੰਦੀ ਸੀ ਨਾ, ਕਿ ਜਿਹੜਾ ਵਿਆਹੁਣ ਆਉਂਦਾ ਉਹਨੇ ਕਿਰਪਾਨ ਫੜੀ ਹੁੰਦੀ ਹੈ ਇਸ ਤਰ੍ਹਾਂ ਕਰਕੇ। ਹਾਂ, ਅੰਮ੍ਰਿਤਧਾਰੀ ਗੁਰਸਿੱਖ ਬੰਦਾ ਹੋਵੇ ਤੇ ਕਿਰਪਾਨ ਫੱਬਦੀ ਵੀ ਹੈ, ਠੀਕ ਆ ਭਾਈ, ਗੁਰੂ ਦਾ ਪਿਆਰਾ ਵਾ, ਇਹ ਗੁਰੂ ਦੀ ਭਗਉਤੀ ਲੈ ਕੇ ਵਧੀਆ ਗੱਲ ਹੈ, ਹੋਣਾ ਚਾਹੀਦਾ। ਸ਼ਸਤਰਹੀਨ ਇਹ ਕਬੂ ਨਾ ਹੋਈ, ਮਹਾਰਾਜ ਕਹਿੰਦੇ ਹਨ। ਤੇ ਇਉਂ ਲੱਗਦਾ ਕਿ ਇਵੇਂ ਉਸੇ ਮੁਗਲਾਂ ਵਾਂਗੂ ਹੀ ਕਢਾ ਰਿਹਾ। ਅੱਜ ਫਰਿੱਜ ਵੀ ਦੇ ਦਿਓ, ਟੀਵੀ ਵੀ ਦੇ ਦਿਓ, ਲਿਸਟ ਆ ਜਾਂਦੀ ਬੜੀ ਵੱਡੀ, ਮਾਮੇ ਨੂੰ ਵੀ ਕੜਾ ਪਾ ਦਿਓ, ਫੁੱਫੜ ਨੂੰ ਵੀ ਕੜਾ ਪਾ ਦਿਓ, ਮਾਸੜ ਨੂੰ ਵੀ ਕੜਾ ਪਾ ਦਿਓ, ਪਿਓ ਨੂੰ ਵੀ ਕੜਾ ਪਾ ਦਿਓ। ਅੱਜ ਵੀ ਉਹੋ ਹੀ ਰੀਤੀ ਰਿਵਾਜ ਜੇ ਲੱਗਦੇ। ਅੱਜ ਮੇਰੇ ਨਾਲ ਪੁਰਾਣੀ ਪਲਟਨ ਦੇ ਕੁਝ ਸਿੰਘ ਆਏ, ਰਿਟਾਇਰਮੈਂਟ ਸੀ ਤੋਂ ਕਿਤੇ ਇੱਥੇ ਆਏ ਤੋਂ ਆ ਕੇ ਮਿਲਣ ਵਾਸਤੇ। ਉਹਨਾਂ ਨਾਲ ਵਾਰਤਾਲਾਪ ਚੱਲ ਪਈ ਗਹਿਣਿਆਂ ਵਾਲੀ। ਉਹ ਕਹਿੰਦੇ ਵੀ ਕੀ ਅਸੀਂ ਕੜਾ ਸੋਨੇ ਦਾ ਪਾ ਸਕਦੇ ਹਾਂ, ਕੜਾ ਅਸੀਂ ਚਾਂਦੀ ਦਾ ਪਾ ਸਕਦੇ ਹਾਂ? ਤੇ ਮੈਂ ਕਿਹਾ ਭਾਈ ਪਾ ਸਕਦੇ, ਆਵੇ ਚਾਂਦੀ ਦਾ। ਤੇ ਮੈਂ ਵੀ ਪਾਇਆ, ਨਾਮ ਲਿਖਾ ਕੇ ਪਾਇਆ। ਮੈਂ ਕਿਹਾ ਤੁਹਾਨੂੰ ਪੋਜ਼ੀਟਿਵ ਦੱਸਾਂ, ਤੁਸੀਂ ਫੌਜੀ ਜੇ ਆਇਡੈਂਟੀ ਡਿਸਕ ਬੰਨ੍ਹਦੇ ਨਾ ਗੁੱਟ ਨੂੰ, ਤੇ ਇਹਨੋਂ ਵੱਡੀ ਆਇਡੈਂਟੀ ਡਿਸਕ ਕੀ ਆ? ਨਾਂ ਸਾਰਾ ਕੁਛ ਹੀ ਲਿਖਿਆ ਇਹਦੇ ਉੱਤੇ ਕਿ ਕੌਣ ਬੰਦਾ ਹੈ। ਇਹ ਤਾਂ ਵਧੀਆ ਨਾ। ਦੂਸਰੀ ਗੱਲ ਕੀ, ਚਾਂਦੀ ਦਾ ਪਾਓਗੇ, ਸੋਨੇ ਦਾ ਪਾਓਗੇ, 4-5 ਹਜ਼ਾਰ ਰੁਪਏ ਦਾ ਹੈ, ਕਿਤੇ ਮੁਸੀਬਤ ਵੇਲੇ ਮਾਇਆ ਗੁਜਰਾਨ ਹੈ, ਲੋੜ ਪਵੇ ਤੇ ਇਹਨੂੰ ਹੀ ਦੇ ਕੇ ਕਿਸੇ ਨੂੰ 5-7 ਹਜ਼ਾਰ ਰੁਪਏ ਲੈ ਕੇ ਆਪਣਾ ਗੁਜ਼ਾਰਾ ਤੇ ਕਿਤੇ ਕਰ ਸਕਦੇ ਨਾ। ਗੁਰੂ ਸਾਹਿਬ ਨੇ ਗਹਿਣਾ ਪਾਉਣ ਤੋਂ ਨਹੀਂ ਰੋਕਿਆ। ਤੁਸੀਂ ਵੇਖਿਆ ਰਾਜੇ ਮਹਾਰਾਜੇ ਕਿੰਨੇ ਗਹਿਣੇ ਪਾਉਂਦੇ ਸੀ, ਪਰ ਗੁਰੂ ਸਾਹਿਬ ਨੇ ਕਿਸ ਚੀਜ਼ ਤੋਂ ਰੋਕਿਆ? ਨੱਕ ਛੇਦਕ, ਕੰਨ ਛੇਦਕ ਗਹਿਣੇ ਨਹੀਂ ਪਾਉਣੇ। ਸਰੀਰ ਨੂੰ ਕਸ਼ਟ ਦੇ ਕੇ ਛੇਦ ਕਰਕੇ ਗਹਿਣੇ ਨਹੀਂ ਪਾਉਣੇ। ਹੁਣ ਕਹਿੰਦੇ ਰਾਜੇ ਗਹਿਣੇ ਪਾਉਂਦੇ ਸੀ, ਤੇ ਗੁਰੂ ਸਾਡਾ ਕੌਣ ਹੈ? ਰਾਜਨ ਕੇ ਰਾਜਾ, ਮਹਾਰਾਜਨ ਕੇ ਮਹਾਰਾਜਾ। ਗੁਰੂ ਗੋਬਿੰਦ ਸਿੰਘ ਕੀ ਸੀ? ਰਾਜਿਆਂ ਦੇ ਰਾਜੇ ਸੀ, ਮਹਾਰਾਜਿਆਂ ਦੇ ਮਹਾਰਾਜੇ ਸੀ। ਉਹਨਾਂ ਦੇ ਤੇ ਤੀਰ ਨੂੰ ਵੀ 1.25 ਤੋਲਾ ਸੋਨਾ ਲਾ ਕੇ ਉਹ ਮਾਰਿਆ ਕਰਦੇ ਹੁੰਦੇ ਸਨ।
पर ये गहने दूसरी गल, नक छिद कन छिद गहने एक बड़ी वड्डी गुलामी की पछाण है। जे किसी की बेइज्जती हुई होवे परे पंचायत विच पग लथ गई होवे किसी दी, तो बार बार पग ला के तो नहीं दसदा कि इदां मेरी पग लथी सी। एक बार पग लथ जाए, साडे इलाके एक लड़ाई हुई सी, उन्हों दी पग भी ला ली, उहदा सिर भी मुन के छड़ता। उन्होंने है तो गलत सी, सिख नाल इस तरह नहीं होना चाहिए, पर कई तरह के लोग आ, उन्होंने दसिया भी असीं तेरी अज बेइज्जती कर दी, सिर मुन्निया। हुण तो इत्थे पता नहीं लगता कि बेइज्जती किहदी होई ते इज्जत वाला किहड़ा, आपे ही नाइयां को पैसे दे के जाके मनाई जाते। उन्हें सिर मुन्निया, हुण वो बार बार सिर तो नहीं मना के दसेगा कि मेरा सिर मुन्निया सी, मैं अज फिर मना लिया। पर अज की हो रहा इत्थे, ये नक दे विच ते कन दे विच साडियां बीबियां भैणां दे गहणे कदों आए? इन्हां बच्चियां दी गलती नहीं, इन्हां नूं पता नहीं आ, क्योंकि साडे वर्गे जिहड़े पंथक विद्वान हुंदे, वो दसना नहीं चाहुंदे, सच बोलना नहीं चाहुंदे। जदों अहमद शाह अब्दाली आउंदा सी, वो दिल्ली नूं लुटदा सी बार बार, ते पतली जी एक रस्सी लैके आउंदा सी नाल, नक विच छेद करदे सी ते नकेल पा दिंदे सी ते हत्थ पिछे बन्ह दिंदे सी, ते एक एक बंदे नूं 7-7 8-8 पशुआं दी तरह हिंदुस्तान नारियां जिहड़ियां वो रस्सी फड़ा दिंदे सी ते जां गड्डियां दे पिछे बन्ह दिंदे सी, हत्थ पिछे बज्जे हुंदे सी। नक नूं दर्द ज़्यादा हुंदी, आपां वेख्या पशुआं दे नक 'च नकेल पाउने आ, बौल दे नक विच पाउने आ। अजकल तो लोकी जिहड़ियां मੱਝਾਂ दुੱਧ नहीं दिंदियां उन्हां दे भी नत्थां पाउण लग पए सी पिछे, नक विच नकेल पाउंदे पशुआं दे, पर वो पशुआं दी तरह व्यवहार करदे सी ते वो लैके जांदे सी। जदों फिर गुरु दा खालसा टक्करदा सी ना अगे बाबा दीप सिंह वर्गे योधे, ते जदों जाके गाजी खान ने कहा सी हजूर गजब हो गया, कहंदे की होया? कहंदा सारी अवला छड़ा ली गई जिन्नियां दिल्ली तो लुट। कहंदे कौन सी, कौन चोर डाकू? कहंदे वो धाड़वी सी बहुत वड्डे, सारी अवला छड़ा के लै गए, और वो कह रहे सी इन्हां नूं घर घर पहुँचा दिओ। जदों अब्दाली ने दरबार लाया तो उत्थे गाजी खान ने कहा सारे सिपाही मार दिए गए, सारा खजाना लूट लिया गया, सारी अवला छड़ा ली गई। कहंदे कौन है? कहंदे सिख कौम। कहंदे सिख कौम कौन सी कौम पैदा होगी? मैं तो इस देश ते आया, कई बार आया, बाप दे सामने बेटी नूं फड़ के ते भरा दे सामने भैन नूं बाहों फड़ के लै गया। इन्हां लोकां अख भी नहीं तां चुकी, नीवियां पा लईआं। ये किरपाना चुकण वाले कौन पैदा हो गए इत्थे? ये किहड़े चोर डाकू धाड़वी? उन्हां कहा, किसी मौलवी ने कहा चोर डाकू नहीं है, ये सिख कौम है। कहते सिख कौम कौन सी कौम? इन्हां दा जरनैल कौन है? जिवें मैं अब्दाली इन्हां दा जरनैल हाँ। उन्हां कहा इनको मुरशद वली पयो है, इन्हां दा मुरशद बड़ा वड्डा वली जी, बहुत वड्डा जरनैल जी। कहंदे की कीता उन्हें, इन्हां नूं की दिता? कहंदा इनको आबे हयाब दियो है, इन्हां नूं अमृत दिता उन्हें। कहंदा हुण, कहंदे हुण ओ इस संसार तो रुस्कत हो गया, भाव के ज्योति जो समा गया, ते ओ कहंदे हुण ओ गुरता गद्दी गुरु ग्रंथ साहब नूं दे गया। ते कहंदे हुण फिर शरीर करके इन्हां दी गवाही कौन करदा? अमृत ते उन्हें देता, उदों खत्म हो गया जिन्हां पी लिया। कहंदे इनको मुरशद वली पयो है, इनको आबे हयाब दियो है। आ गल बड़ी कम दी क्यों ने? कहंदा ऐसी गयो कलाम बताए है, वो सारे सिखां नूं ही कलाम दस गया। पर साडी त्रासदी अज असी 5 बाणियां दे नितनेमी हो नहीं सके। ये कलाम है साडी, ऐसी गयो कलाम बताए है, जिस ते सोदा बनाए। ये लहजे नूं पढ़ के खुद ही अमृत अवतार, जिथे 5 इकट्ठे हुंदे उत्थे ही अमृत बना लेंदे गुरु ग्रंथ साहिब हजूरी। जिस ते सुधा बनाए ये लय है। कहते फिर की करते उन्होंने बना के? लोगन ताई भलाए दे है, सारिਆਂ ਨੂੰ ਪਾਈ ਜਾਂਦੇ, ਜਿਹੜਾ भी आए भावें तू चला जा उत्थे। कहता फिर मैनू पिया के की करनगे वो? कहता सियारन ते सिंह बनाए ले, गिदड़ां नूं फिर शेर बना लेंदे आ। कहते एडी वड्डी उत्थे कला वरतदी उन्हां दे कोल, भाव के वो भी साडी उत्थे प्रशंसा करदा पिया है कि ये सिख कौम जिहड़ी है ऐसी कौम है, ऐसी बहादरां दी योधियां दी कौम है। सो गुरु गोबिंद सिंह महाराज दे बारे जदों उन्हें सारियां गल्लां सुनियां, वो कहंदा इन्हां दा नामो निशान मिटा देंगा। जदों सिंह छड़ा लैंदे सी उन्हां बीबियां नूं, मैं उस विषय वल तुहानूं लैके जा रहा। फिर वो अपनी शर्म महसूस करदियां सी कि साडे नक 'च छेद होया, हुण पता लग जाएगा लोकां नूं कि इहनूं लैके गए सी, इहदी इज्जत भी रोली होगी, इहदी पत रोली होएगी, इहदी इज्जत लुटी होएगी, गां इहदा विआह नहीं होएगा, गां इहनूं कुछ लैके नहीं जाएगा,
ਜੇ ਕੋਈ ਵਿਆਹੀ ਵੀ ਹੋਏਗੀ ਤਾਂ ਉਹਦੇ ਸਹੁਰੇ ਵਾਲੇ ਛੱਡ ਦੇਣਗੇ ਵੀ ਮੁਗਲਾਂ ਦੇ ਕੋਲ ਗਈ ਸੀ ਉੱਥੇ। ਫਿਰ ਉਹ ਸ਼ਰਮ ਦੇ ਮਾਰੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਨੱਕ ਦਾ ਛੇਦ ਬੰਦ ਕਰਦੇ ਸੀ, ਜਿਹਨੂੰ ਅੱਜ ਕੋਕਾ ਕਿਹਾ ਜਾਂ ਪਹਿਲੇ ਸਮੇਂ ਸਰਜਰੀਆਂ ਨਹੀਂ ਸੀ ਹੁੰਦੀਆਂ ਤੇ ਉਦੋਂ ਇਸ ਤਰ੍ਹਾਂ ਬੰਦ ਕੀਤਾ ਜਾਂਦਾ ਸੀ। ਹੈ ਸੀ ਸਾਡੇ ਲਈ ਸ਼ਰਮ ਵਾਲੀ ਗੱਲ, ਪਰ ਸਾਡੀਆਂ ਭੈਣਾਂ ਦਾ ਅੱਜ ਇਹ ਕੋਕਾ ਨੱਕ ਦਾ ਸ਼ਿੰਗਾਰ ਬਣ ਗਿਆ। ਉਹੋ ਜਿਹੇ ਉਹ ਗਾਇਕ ਹਨ ਜਿਨ੍ਹਾਂ ਕੋਕੇ 'ਤੇ ਹੀ ਕਈ ਕਿਸਮ ਦੇ ਗਾਣੇ ਗਾਤੇ। ਪਰ ਇਹ ਸਾਡੇ ਪੰਥਕ ਆਗੂਆਂ ਦੀ ਕਮੀ ਰਹੀ ਆ, ਅਸੀਂ ਸਹੀ ਪ੍ਰਚਾਰ ਨਹੀਂ ਕਰ ਸਕੇ। ਜਦੋਂ ਜ਼ਕਰੀਆ ਖਾਨ ਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖੇ, ਉਹ ਸਿਰ ਕੱਟ ਕੇ ਲਿਜਾਂਦੇ ਸੀ, ਉਹਨਾਂ ਨੂੰ ਪੈਸਾ ਮਿਲਦਾ ਸੀ, ਟਕਾ ਰੁਪਈਆ, ਸਿੱਖ ਦਾ ਸਿਰ ਦਾ ਮੁੱਲ। ਪਰ ਜਿਹੜੇ ਇਹੋ ਜਿਹੇ ਲੋਕ ਹੁੰਦੇ ਲਾਲਚੀ, ਉਹਨਾਂ ਦਾ ਧਰਮ ਕੋਈ ਨਹੀਂ ਹੁੰਦਾ, ਉਹਨਾਂ ਔਰਤਾਂ ਦੇ ਸਿਰ ਕੱਟਣੇ ਸ਼ੁਰੂ ਕਰ ਦਿੱਤੇ, ਬੱਚੀਆਂ ਦੇ ਸਿਰ ਕੱਟਣੇ ਸ਼ੁਰੂ ਕਰ ਦਿੱਤੇ। ਹੁਣ 18-20 ਸਾਲ ਦੀ ਬੇਟੀ ਦਾ ਸਿਰ ਹੋਵੇ ਜਾਂ 18-20 ਸਾਲ ਦੇ ਬੇਟੇ ਦਾ ਸਿਰ ਹੋਵੇ, ਕੀ ਪਤਾ ਲੱਗਦਾ ਮੁੰਡੇ ਦਾ ਸਿਰ ਆ ਕਿ ਕੁੜੀ ਦਾ ਸਿਰ ਆ। ਜਦੋਂ ਸ਼ਿਕਾਇਤਾਂ ਪਹੁੰਚੀਆਂ, ਉਹ ਮੁਸਲਮਾਨਾਂ ਦੀਆਂ ਬੱਚੀਆਂ ਦੇ ਸਿਰ ਕੱਟੇ ਗਏ। ਜੋ ਸ਼ਿਕਾਇਤਾਂ ਪਹੁੰਚੀਆਂ, ਕਹਿੰਦੇ ਇਸ ਤਰ੍ਹਾਂ ਫਲਾਣੇ ਘਰੋਂ ਬੱਚੀ ਦਾ ਸਿਰ ਕੱਟਿਆ ਗਿਆ। ਉਹ ਕਹਿੰਦੇ ਕਿਉਂ? ਕਹਿੰਦੇ ਇਸ ਕਰਕੇ ਸਿਰ 'ਤੇ ਕੇਸ ਹੁੰਦੇ ਆ। ਉਹ ਕਹਿੰਦੇ ਸਿੱਖ ਦਾ ਸਿਰ ਕੱਟ ਲੈਂਦਾ, ਨਾਮ ਲੈ ਜਾਂਦੇ ਇਨਾਮ ਕਰਕੇ। ਜ਼ਕਰੀਆ ਨੇ ਕਿਹਾ ਠੀਕ ਆ, ਜਿਹੜਾ ਬੱਚੀ ਦਾ ਸਿਰ ਕੱਟ ਕੇ ਲਿਆਏਗਾ ਉਹਨੂੰ ਸਜ਼ਾਏ ਮੌਤ ਦੇਵਾਂਗਾ ਇੱਥੇ। ਕਹਿੰਦੇ ਕਿਵੇਂ ਪਤਾ ਲੱਗੇਗਾ? ਕਹਿੰਦਾ ਜਿਹਨੇ ਆਪਣੀ ਬੱਚੀ ਬਚਾਉਣੀ ਉਹਦੇ ਕੰਨਾਂ 'ਚ ਛੇਦ ਕਰਕੇ ਛੋਟੇ ਛੋਟੇ ਰਿੰਗ ਪਾ ਦਿਓ। ਉਸ ਸਮੇਂ ਲੋਕਾਂ ਨੇ ਬੱਚੀਆਂ ਦੇ ਕੰਨਾਂ 'ਚ, ਡਰਪੋਕ ਲੋਕਾਂ ਨੇ ਛੇਦ ਕਰਕੇ ਰਿੰਗ ਪਾ ਦਿੱਤੇ। ਪਰ ਗੁਰੂ ਕੇ ਖਾਲਸੇ ਨੇ ਬੀਬੀਆਂ ਨੂੰ ਦਸਤਾਰਾਂ ਸਜਾ ਦਿੱਤੀਆਂ, ਸ਼ਸਤਰਧਾਰੀ ਕਰ ਦਿੱਤਾ। ਉਸ ਸਮੇਂ ਜਿਹੜੀਆਂ ਉਹ ਸੀ, ਉਹ ਬਚ ਕੇ ਆਉਂਦੀਆਂ ਸੀ ਜਾਂ ਬਚਣ ਵਾਸਤੇ ਕੰਨਾਂ 'ਚ ਵਾਲੀਆਂ ਪਾਉਂਦੀਆਂ ਸੀ। ਅੱਜ ਤੇ ਇਹੋ ਜਿਹਾ ਅੰਤ ਹੋ ਗਿਆ ਕਲਯੁਗ ਦਾ ਕਿ ਮਾफ़ ਕਰਨਾ, ਮੈਂ ਕਹਿਣ ਤੋਂ ਸੰਕੋਚ ਨਹੀਂ ਕਰਾਂਗਾ, ਹੋਕਾ ਨਹੀਂ ਦੇਵਾਂਗਾ ਤੇ ਕਿਵੇਂ ਪਤਾ ਲੱਗੇਗਾ ਸੌਦਾ ਨਾਨਕ ਪਾਤਸ਼ਾਹ ਦੇ ਘਰ ਦਾ ਗੁਰਮੁਖੋਂ ਕਿਵੇਂ ਵਿਕੇਗਾ। ਅੱਜ ਤੇ ਕਈਆਂ ਮੇਰੀਆਂ ਬੀਬੀਆਂ ਭੈਣਾਂ ਨੇ ਇੱਥੋਂ ਸ਼ੁਰੂ ਕੀਤਾ ਕੰਨ ਨੂੰ ਪਾੜਨਾ, ਉੱਪਰ ਤੱਕ ਹੀ 5-5 7-7 10-10 ਵਾਲੀਆਂ ਪਾ ਲਈਆਂ। ਉਹ ਜੇ ਗਹਿਣਾ ਹੀ ਪਾਉਣਾ ਇੰਨਾ ਹੀ ਸ਼ੌਂਕ ਆ ਤੇ ਸੋਨੇ ਦਾ ਕੜਾਈ ਬਣਾ ਕੇ ਪਾ ਲਓ ਗਲ, ਜੇ ਜ਼ਿਆਦਾ ਹੀ ਤੁਹਾਨੂੰ ਜ਼ਰੂਰਤ ਹੈਗੀ ਆ ਤੇ ਉਹ ਵੀ ਪਾ ਸਕਦੇ। ਇਹ ਜਿਹੜਾ ਗਹਿਣਾ ਸੀ ਨਾ ਗੁਰਮੁਖ ਪਿਆਰਿਓ, ਇਹ ਉਹ ਸਾਡੀ ਗੁਲਾਮੀ ਦੀ ਨਿਸ਼ਾਨੀ ਆ। ਪਰ ਅੱਜ ਵੀ ਅਸੀਂ ਉਸੇ ਹੀ ਪਾਸੇ ਨੂੰ ਤੁਰੇ ਜਾ ਰਹੇ ਹਾਂ। ਸੋ ਮੈਂ ਵਾਪਸ ਵਿਸ਼ੇ ਵੱਲ ਪਰਤਾਂ, ਸਮਾਂ 20 ਮਿੰਟ ਦਾ ਮੇਰੇ ਕੋਲ ਬਾਕੀ, 25 ਮਿੰਟ ਦਾ। ਜਦੋਂ ਫਿਰ ਗੁਰੂ ਨਾਨਕ ਸਾਹਿਬ ਨੇ ਦੱਸਿਆ ਨਾ ਹਾਲ ਉਸ ਸਮੇਂ ਦਾ, ਕਹਿੰਦੇ ਕੌਣ ਆਏਗਾ ਬਾਬਾ? ਕਹਿੰਦੇ ਪਾਪ ਕੀ ਜੰਜ ਲੈ ਕਾਬਲੋਂ ਤਾਇਆ, ਕਾਬਲ ਤੋਂ ਪਾਪ ਦੀ ਜੰਜ ਲੈ ਕੇ ਬਾਬਰ ਆਏਗਾ ਤੇ ਜੋਰੀ ਮੰਗੇ ਦਾਨ ਵੇ ਲਾ ਲਓ। ਤੁਹਾਡੀਆਂ ਬੱਚੀਆਂ ਨੂੰ ਜਬਰਨ ਚੁੱਕ ਕੇ ਲੈ ਜਾਏਗਾ, ਦਾਨ ਦਾ ਭਾਵਰ ਸਾਰਾ ਕੁਛ ਧਨ ਦੌਲਤ ਵੀ ਲੈ ਜਾਏਗਾ। ਕਹਿੰਦੇ ਬਾਬਾ ਸਾਡੇ ਤੇ ਇੱਥੇ ਬੜੇ ਧਰਮੀ ਲੋਕ ਰਹਿੰਦੇ ਆ। ਤੇ ਬਾਬੇ ਨੇ ਕਿਹਾ ਸ਼ਰਮ ਧਰਮ ਦੋਏ ਛੱਪ ਖਲੋਏ। ਕਹਿੰਦੇ ਨਾ ਕਿਸੇ ਨੂੰ ਸ਼ਰਮ ਹੋਏਗੀ, ਨਾ ਇੱਥੇ ਧਰਮ ਨਜ਼ਰ ਆਏਗਾ, ਸਾਰੇ ਹੀ ਛੁਪ ਜਾਣਗੇ। ਕੂੜ ਫਿਰੈ ਪ੍ਰਧਾਨ ਵੇ ਲਾਲੋ, ਕੂੜ ਹੀ ਪ੍ਰਧਾਨ ਸਾਰੇ ਪਾਸੇ ਦਿਖੇਗਾ। ਕਾਜੀਆਂ ਬਾਹਮਣਾ ਕੀ ਗੱਲ ਥੱਕੀ, ਅਗੱਦ ਪੜੇ ਸ਼ੈਤਾਨ ਵੇ ਲਾਲੋ। ਕਹਿੰਦੇ ਕਾਜੀ ਬ੍ਰਾਹਮਣ ਬੜੇ ਸਾਡੇ ਇਲਾਕੇ ਦੇ ਵਿਦਵਾਨ ਆ, ਭਾਈ ਲਾਲੋ ਕਹਿੰਦੇ ਉਹਨਾਂ ਦੇ ਵੱਸ ਦੀ ਗੱਲ ਨਹੀਂ ਹੋਏਗੀ। ਅਗੱਦ ਵਿਆਹ, ਕਹਿੰਦੇ ਵਿਆਹ ਸ਼ੈਤਾਨ ਆਪੇ ਹੀ ਪੜ੍ਹ ਲੈਣਗੇ, ਉਹ ਕਿਸੇ ਕਾਜੀ ਬਾਹਮਣ ਕੋ ਵਿਆਹ ਨਹੀਂ ਕਰਾਉਣਗੇ। ਅਗੱਦ ਪੜੇ ਸ਼ੈਤਾਨ ਵੇ ਲਾਲੋ, ਕਾਜੀਆਂ ਬਾਹਮਣਾਂ ਦੇ ਗੱਲ ਦੀ ਵੱਸ ਦੀ ਗੱਲ ਰਹੇਗੀ ਕੋਈ ਨਹੀਂ। ਮੁਸਲਮਾਨੀਆਂ ਪੜ੍ਹੇ ਕਤੇਬਾਂ, ਕਹਿੰਦੇ ਕੱਲਾ ਹਿੰਦੂਆਂ ਤੇ ਜ਼ੁਲਮ ਨਹੀਂ ਹੋਏਗਾ, ਮੁਸਲਮਾਨਾਂ ਤੇ ਵੀ ਇੱਥੇ ਜ਼ੁਲਮ ਹੋਏਗਾ, ਕਿਉਂਕਿ ਉਹ ਧਨ ਲੁੱਟਣ ਆਉਣਗੇ, ਇੱਜ਼ਤ ਲੁੱਟਣ ਆਉਣਗੇ। ਉਹਨਾਂ ਲਈ ਕੋਈ ਧਰਮ ਨਹੀਂ ਹੁੰਦਾ, ਧਾੜਵੀ ਲਈ ਕੋਈ ਧਰਮ ਨਹੀਂ ਹੁੰਦਾ, ਤੇ ਫਕੀਰ ਦਾ ਕੋਈ ਧਰਮ ਨਹੀਂ ਹੁੰਦਾ। ਫਕੀਰ ਸਿਰਫ ਫਕੀਰ ਹੁੰਦਾ, ਭਾਵ ਕਿ ਫਕੀਰ ਤੋਂ ਵੱਡਾ ਧਰਮੀ ਕੋਈ ਹੋ ਨਹੀਂ ਸਕਦਾ। ਉਹ ਕਹਿੰਦੇ ਮੁਸਲਮਾਨੀਆਂ ਪੜ੍ਹੇ ਕਤੇਬਾਂ, ਕਸ਼ਟ ਮੈਂ ਕਰੇ ਖੁਦਾਏ ਵੇ ਲਾਲੋ। ਉਹ ਵੀ ਕਸ਼ਟ 'ਚ ਆ ਕੇ ਖੁਦਾ ਖੁਦਾ ਅੱਲਾ ਅੱਲਾ ਪੁਕਾਰਨਗੀਆਂ ਸਾਰੀਆਂ। ਜਾਤ ਸਨਾਤੀ ਹੋਰ ਹਿੰਦਵਾਣੀਆਂ, ਕਹਿੰਦੇ ਹੋਰ ਜਿਹੜੀਆਂ ਦੂਜੀਆਂ ਜਾਤਾਂ ਦੀਆਂ ਔਰਤਾਂ ਤੇ ਹਿੰਦੂਆਂ ਦੀਆਂ ਔਰਤਾਂ, ਇਹ ਵੀ ਲੇਖੇ ਲਾਏ ਵੇ ਲਾਲੋ। ਮੇਰਾ ਬਾਬਾ ਨਾਨਕ ਕਹਿੰਦਾ ਇਹਨਾਂ ਦੀਆਂ ਜ਼ਿੰਦਗੀਆਂ ਵੀ ਲੇਖੇ ਵਿੱਚ ਇਸ ਤਰ੍ਹਾਂ ਲੱਗ ਜਾਣਗੀਆਂ, ਭਾਵ ਕਿ ਉਹਨਾਂ ਤੋਂ ਬਚ ਨਹੀਂ ਸਕੇਗਾ ਕੋਈ। ਖੂਨ ਕੇ ਸੋਲੇ ਗਾਵੀਏ ਨਾਨਕ, ਕਹਿੰਦੇ ਖੂਨ ਦੇ ਗੀਤ ਗਾਏ ਜਾਣਗੇ, ਸੋਲੇ ਗਾਏ ਜਾਣਗੇ, ਜਿਵੇਂ ਵਿਆਹ 'ਤੇ ਗੀਤ ਗਾਏ ਜਾਂਦੇ।
खून के सोले गाविए नानक, रत का कुंगू पाए वे नानक, पाए वे लालो सॉरी ना कहते जिहड़ा रत का कुंगू, जिवें बीबियां संधूर पाउंदियां ना सिर दे विच, संधूर सुभाग की निशानी हिंदू धर्म दे विच। गुरु साहब कहते खून के सोले गाविए नानक, रात का कुंगू पाए वे लालो। भाई लालो नूं कहते वो रत का खून का ही वो संधूर अपने उन्हां दे पाया जाएगा। साहिब के गुण नानक गावे, मासपुरी विच आख मसोला। कहते वो साहिब दे गुण उदों भी नानक इत्थे मास दे ढेर दे उत्ते खड़ा हो के इत्थे भी उहदे गुण गाउण वास्ते आएगा। देखो गुरु नानक साहब ने उन्होंने सचेत पहला कर दिता सी कि तुहाडे एमनाबाद ते ऐसा होने वाला। अज कोई इंट आके दस दवे तुहाडे ते आ काम होने वाला, तो जे असी ना सचेत होईए तो फिर साडे तो वड्डा बेवकूफ कौन हो सकता। गुरु नानक साहब ने उन्होंने सचेत किया, पर वो अनभोल रहे। किसी ने कहा जी मंत्र पढ़ांगे, मंत्रा ना अन्ने हो जाणगे, तो गुरु नानक साहब ने कहा ना गुरबाणी दे विच, कोई मुगल ना हुआ अंधा, किसी ना परचा पाया। कहते कोई मुगल कोई नहीं अन्ना होया, जिन्ने मर्जी तुसी मंत्र मारते रहो, कहो मंत्रां नाल अन्ना हो जाएगा। अन्ना तो इक्के तरीके ना हुंदा, जदों गुरु का जोधा फिर 18 शेर का खंडा चुके तुरदा ना, फिर चंगे चंगे उत्थे अन्ने हो जाया करते हैं। सो प्यारिओ गुरु नानक साहब महाराज समझाउंदे हन, साहिब के गुण नानक गावे, मासपुरी विच आख मसोला। कहंदे साहिब दे गुण गाउण वास्ते इस मास दे ढेर दे विच उस समय भी ये नानक पहुँचेगा। पर जदों वो समा आया ना, जदों बाबर चढ़ के आया, तो बाबा नानक पातशाह उदों भी उत्थे खड़ा सी। बाबे नानक पातशाह ने उत्थे उदों भी उस मालक दे अगे हूक लाई सी, पुकार लाई सी, तै की दर्द ना आया। कहंदे इन्ना इत्थे खून खराबा होया मेरे मालका, तैनूं रता भर भी दर्द नहीं आया। उदों भी गुरु नानक पातशाह उत्थे आके खड़े सन। जिन उपाई रंग रवाई, बैठा वेखै वख अकेला। जिन्हें इस सृष्टि उपाई पैदा की ना, वो बैठ के सारे रंग नूं आप वेख रहा है परमात्मा। ये ना कहिए कि उहदे कोलों कोई छुपिया होया है। सच्चा सो साहिब सच तपावस, सचड़ा न्याओ करे गमसोला। वो सच्चा जिहड़ा आप है ना, उहदा कानून भी बड़ा सच्चा है, वो आप न्याय भी सारा करदा है। ये पूर्वले कर्मा करके सारा इस तरह हुंदा है। काया कपड़ टुक टुक होसी, कहंदे आ शरीर रूपी कपड़ा उन्हां दा टुकड़े टुकड़े हो जाएगा। इन्ना जुल्म होएगा इस धरती दे उत्ते। हिंदू समासतान संभाल सी बोला। गुरु नानक पातशाह इस देश वासियों नूं संबोधन करके बोलते हैं कि तुसी सचेत हो जो, तुहाडे ते इन्ना अत्याचार होना, पर फिर भी कोई मूर्ख ना समझे तो इस तो वध होर की हो सकता। फिर आवन 78 जान 97, होर भी उठ सी मर्द का चेला। गुरु नानक पातशाह कहंदे 78 संमत दे विच आउणगे वो मुगल चढ़ के। वेखो साल भी दस दिता, इस साल आउणगे। इत्थों मैनूं याद आया गुरु कलगीधर पातशाह दियां ना 500 साखियां, 3 तो उन्हां ग्रंथ लिखे आ। उस तो बाद 500 साखियां गुरु गोबिंद सिंह महाराज दियां। वो जिहड़ियां 500 साखियां ना, आपां 100 साखी कहने आ। जदों 100 साखी पूरी हो जाती सी, उदों सिख एक जिलत बन दिंदे सी, ते वो 100 साखी वाला एक ग्रंथ बन जाता सी। 5 ग्रंथ हैं 100 साखी वाले। मैं आप दे नाल जिक्र करांगा किस दिन, अज ही मन च विचार आ रही सी। उस सारे समय दियां भविखबाणियां, जदों नदेड़ साहब इस धरती ते सतगुरां ने सचखंड प्याना करना सी ना, ते जदों पिता ने किते जाना होवे ना, तो उदों सारियां गल्लां दस दिंदा। कह दिंदी ना माँ कई वारी नौं नूं कहंदी जिहड़ी सस कदे ना दसे, वो कहंदी वो फलाणे थां भी पैसे पे भी वेख ली, उत्थे चाबी पे वो भी देख ली। तो जदों सचखंड प्याना करना सी, भाई दया सिंह ने चरण फड़ ले, महाराज हुण किरपा करके इन्ना ते दस जाओ आउण वाला समा किहो जाएगा।
ਤੇ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਦਇਆ ਸਿੰਘਾ ਹੁਣ ਸੱਚਖੰਡ ਜਾਣ ਦਾ ਵੇਲਾ ਆ ਗਿਆ। ਜੇ ਮੈਂ ਸਾਰਾ ਸਮਾਂ ਦੱਸਾਂਗਾ ਬੜਾ ਲੰਮਾ ਸਮਾਂ ਲੱਗੇਗਾ ਸਮਝਾਉਣ ਵਾਸਤੇ। ਚੱਲ ਬੈਠ, ਫਿਰ ਤੁਹਾਨੂੰ ਮੈਂ ਇਹ ਦੱਸਦਾ, ਵਿਸਾਖੀਆਂ ਦਾ ਇਤਿਹਾਸ ਦੱਸ ਦਿੰਦਾ। ਉਹਨਾਂ ਵਿਸਾਖੀਆਂ ਵਿੱਚ ਸਤਿਗੁਰ ਨੇ 7 ਵਿਸਾਖੀਆਂ ਦਾ ਜ਼ਿਕਰ ਕੀਤਾ ਹੈ। 7 ਵਾਰ ਹਨ ਨਾ, ਸੋਮਵਾਰ ਵਿਸਾਖੀ ਹੋਏ, ਮੰਗਲਵਾਰ ਵਿਸਾਖੀ ਹੋਏ, ਬੁੱਧਵਾਰ ਵਿਸਾਖੀ ਹੋਏ, ਵੀਰਵਾਰ ਵਿਸਾਖੀ ਹੋਏ, ਤੇ ਵੀਰਵਾਰ ਦੀ ਵਿਸਾਖੀ ਅਗਲੇ ਸਾਲ ਆ ਰਹੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ 2022 ਦੇ ਵਿੱਚ। ਪਰ ਵੀਰਵਾਰ ਦੀ ਵਿਸਾਖੀ ਦਾ ਇਤਿਹਾਸ ਪੜ੍ਹ ਕੇ ਇੰਨਾ ਆਨੰਦ ਆਇਆ ਨਾ, ਗੁਰੂ ਸਾਹਿਬ ਕਹਿੰਦੇ ਰਾਜਾ ਤੇ ਪ੍ਰਜਾ ਇੱਕ ਹੋ ਜਾਏਗੀ। ਜੋ ਪ੍ਰਜਾ ਕਹੇਗੀ ਰਾਜਾ ਉਹੀ ਕਰੇਗਾ। ਹਲੀਮੀ ਰਾਜ ਹੋਏਗਾ ਅਗਲੇ ਸਾਲ। ਇਹ ਮੇਰੇ ਸ਼ਹਿਨਸ਼ਾਹ ਦੀ ਭਵਿੱਖਬਾਣੀ ਆ। ਜਿੰਨੀਆਂ ਭਵਿੱਖਬਾਣੀਆਂ ਉਹਨਾਂ ਕੀਤੀਆਂ ਸੀ ਉਹ ਸਾਰਾ ਕੁਝ ਮੈਂ ਥੋੜ੍ਹਾ ਸੰਖੇਪ ਤੁਹਾਨੂੰ ਦੱਸ ਦੇਵਾਂ। ਉਹਨਾਂ ਨੇ ਦੱਸਿਆ ਸੀ ਕਿ ਇਸ ਧਰਤੀ 'ਤੇ ਬਾਹਰੋਂ ਅੰਗਰੇਜ਼ ਚੜ੍ਹ ਕੇ ਆਉਣਗੇ, ਦਿਸ਼ਾ ਦੱਸੀ ਉਸ ਦਿਸ਼ਾ ਤੋਂ ਆ ਜਾਣਗੇ, ਫਿਰ ਉਹ ਬੜਾ ਲੰਬਾ ਸਮਾਂ ਰਾਜ ਕਰਨਗੇ। ਉਹ ਜਾਂਦੇ ਸਮੇਂ ਫਿਰ ਇੱਕ ਪਾਕੀਆਂ ਦਾ ਦੇਸ਼ ਅਲੱਗ ਕਰ ਜਾਣਗੇ, ਪਾਕੀਆਂ ਦਾ ਪਾਕਿਸਤਾਨ। ਫਿਰ ਉਸ ਪਾਕੀਆਂ ਦੇ ਦੇਸ਼ ਦਾ ਜਿਹੜਾ ਹੈ ਉਹ ਹਿੰਦ ਤੇ ਪਾਕ ਦਾ ਬੜਾ ਭਾਰੀ ਜੰਗ ਹੋਏਗਾ। ਛੋਟੀਆਂ ਮੋਟੀਆਂ 2-3 ਜੰਗਾਂ ਹੋਣਗੀਆਂ। ਉਹ 'ਚ ਲਿਖਿਆ ਹੈ 2-3 ਜੰਗਾਂ ਹੋਣਗੀਆਂ, 2 ਜਾਂ 3। ਉਹਦੇ ਵਿੱਚ ਇੱਕ ਜੰਗ ਐਸੀ ਹੋਏਗੀ ਜਿਹਦੇ ਵਿੱਚੋਂ ਇੱਕ ਢਾਕੀਆਂ ਦਾ ਦੇਸ਼ ਵੱਖਰਾ ਹੋ ਜਾਏਗਾ, ਢਾਕਾ ਬੰਗਲਾਦੇਸ਼। ਉਸ ਤੋਂ ਬਾਅਦ ਕਲਗੀਧਰ ਪਾਤਸ਼ਾਹ ਆਖਦੇ, ਜਿਹੜਾ ਉੱਥੇ ਸ਼ਬਦ ਵਰਤਿਆ ਗਿਆ ਕਿ ਰੰਡੀ ਕਾ ਰਾਜ ਆਵੇ ਦਿੱਲੀ ਦੇ ਤਖਤ ਪਰ, ਰੰਡੀ ਕਾ ਰਾਜ ਆਏਗਾ, ਹਰਮੰਦਰ ਮੇ ਫੌਜ ਚੜ੍ਹ ਜਾਵੇ, ਘੋੜੇ ਦਾ ਖੁਰ ਭਿੱਜ ਜਾਵੇ। ਉਹਨਾਂ ਕਿਹਾ ਇੰਨੀ ਲਹੂ ਡੋਲਵੀਂ ਲੜਾਈ ਇੱਥੇ ਜੰਗ ਹੋਏਗੀ ਜਿਹਨੂੰ ਅਸੀਂ ਸਾਰੇ ਜਾਣਦੇ ਹਾਂ। ਉਹ ਸਾਰਾ ਕੁਝ ਅਸੀਂ ਦੁਖਾਂਤ ਆਪਣੀਆਂ ਅੱਖਾਂ ਨਾਲ ਦੇਖਿਆ। ਅੱਜ ਵੀ ਹਿਰਦਾ ਕੰਬ ਜਾਂਦਾ, ਲੂਈ ਕੰਡੇ ਹੋ ਜਾਂਦੇ। ਪਰ ਇਹ ਸਾਰਾ ਕੁਛ ਗੁਰੂ ਕਲਗੀਧਰ ਪਾਤਸ਼ਾਹ ਨੇ ਦੱਸਿਆ ਹੋਇਆ। ਵੀਰਵਾਰ ਦੀ ਵਿਸਾਖੀ ਦਾ ਦੱਸਿਆ, ਵੀਰਵਾਰ ਦੀ ਵਿਸਾਖੀ ਆਏਗੀ, ਰਾਜਾ ਪ੍ਰਜਾ ਇੱਕ ਹੋ ਜਾਏਗੀ। ਆ ਹੁਣ ਦਾ ਸਮਾਂ ਵੀ ਦੱਸਿਆ ਮਹਾਰਾਜ ਨੇ। ਕੋਈ ਦੱਸਿਆ ਸੀ ਜਿਹੜਾ 19 ਦਾ ਸਮਾਂ ਨਾ, ਉਹ 'ਚ ਮਹਾਰਾਜ ਨੇ, ਮੈਂ ਇਤਿਹਾਸ ਪੜ੍ਹ ਰਿਹਾ ਸੀ ਅੱਜ, ਉਹ ਕਹਿੰਦੇ ਵੀ ਇੱਕ ਜ਼ੁਕਾਮ ਦਾ ਬੜਾ ਭਿਆਨਕ ਰੋਗ ਹੋਏਗਾ, ਜ਼ੁਕਾਮ ਦਾ ਬੜਾ ਭਿਆਨਕ ਰੋਗ ਹੋਏਗਾ, ਅਗਨੀ ਨਾਲ ਠੀਕ ਹੋਏਗਾ। ਉਹ ਕਹਿੰਦੇ ਨਾ ਭਾਫ ਲਓ, ਅਗਨੀ ਨਾਲ ਕਹਿੰਦੇ ਉਹ ਠੀਕ ਹੋਏਗਾ। ਔਰ ਕਹਿੰਦੇ ਇਹਦੇ ਵਿੱਚ ਬੜਾ ਜ਼ਿਆਦਾ ਇਹਦਾ ਲੋਕ ਫਾਇਦਾ ਚੁੱਕਣਗੇ, ਬੜਾ ਮਨੁੱਖਤਾ ਦਾ ਘਾਣ ਕਰਨਗੇ। ਉਹ ਹੋ ਰਿਹਾ ਨਾ, ਕਹਿੰਦੇ ਹੌਸਪੀਟਲ ਚਲਾ ਗਿਆ ਤਾਂ ਪਤਾ ਨਹੀਂ ਵਾਪਸ ਆਉਣਾ ਕਿ ਨਹੀਂ ਆਉਣਾ। ਇਹ ਮੈਂ ਆਪ ਨਾਲ ਕਿਸ ਦਿਨ ਵਿਸਤਾਰ ਕਰਾਂਗਾ। ਕਲਗੀਧਰ ਪਾਤਸ਼ਾਹ ਨੇ ਦੱਸਿਆ ਕਿ ਇਸ ਤਰ੍ਹਾਂ ਦਾ ਅਗਲਾ ਸਮਾਂ ਆਉਣ ਵਾਲਾ। ਪਰ ਇਹ ਜੇ ਸਤਿਗੁਰ ਉਹ ਕਲਾ ਵਰਤਾ ਦੇਣ ਅਗਲੇ ਸਾਲ, ਬੜੀ ਕਿਰਪਾ ਹੋਏਗੀ। ਜਦੋਂ ਅੰਗਰੇਜ਼ ਆਏ ਨਾ ਹਿੰਦੁਸਤਾਨ 'ਤੇ, 200 ਸਾਲ ਰਾਜ ਕੀਤਾ ਉਹਨਾਂ ਨੇ, ਪਰ 100 ਸਾਲ ਪੰਜਾਬ ਬਾਅਦ 'ਚ ਗੁਲਾਮ ਹੋਇਆ। ਹਿੰਦੁਸਤਾਨ 'ਤੇ 200 ਸਾਲ ਕੀਤਾ, ਪੰਜਾਬ 'ਤੇ ਟੋਟਲ 99 ਕੁ ਸਾਲ ਹੀ ਰਾਜ ਕਰ ਸਕੇ। ਫਿਰ ਸ਼ਹੀਦ ਭਗਤ ਸਿੰਘ ਵਰਗੇ ਯੋਧੇ ਇਸ ਧਰਤੀ ਤੋਂ ਉੱਠੇ ਅਤੇ ਉਹਨਾਂ ਨੇ ਜਗਾ ਦਿੱਤਾ ਸੁੱਤਿਆਂ ਹੋਇਆਂ ਨੂੰ, ਅਤੇ ਫਿਰ ਅੰਗਰੇਜ਼ਾਂ ਨੂੰ ਇੱਥੋਂ ਭੱਜਣਾ ਪਿਆ। ਹੁਣ ਵੀ ਇਸੇ ਤਰ੍ਹਾਂ ਹੁੰਦਾ, ਜਦੋਂ ਆਫਤ ਆਉਂਦੀ, ਜਦੋਂ ਸਾਰੇ ਹੱਥ ਖੜੇ ਕਰ ਜਾਂਦੇ ਆ, ਤੇ ਫਿਰ ਉੱਠੀ ਆਖਰ ਤਹੀਦ ਪੰਜਾਬ ਕੀ, ਇੱਕ ਮਰਦੇ ਕਮਾਲ ਨੇ ਜਗਾਇਆ ਖਵਾਬ ਸੇ। ਸੁੱਤਿਆਂ ਹੋਇਆਂ ਨੂੰ ਗਿਆ ਸੀ ਨਾ ਪੰਜਾਬ ਜਗਾਉਣ ਵਾਸਤੇ, ਤੇ ਜਗਾ ਦਿੱਤਾ ਨਾ, ਤੇ ਗੁਰੂ ਸਾਹਿਬ ਨੇ ਕਿਰਪਾ ਕਰ ਦਿੱਤੀ। ਕਿਉਂਕਿ ਇਹ ਗੁਰੂਆਂ ਦੀ ਧਰਤੀ ਹੈ। ਇਹ ਕਦੇ ਅਤਿਆਚਾਰ ਕਿਸੇ 'ਤੇ ਕਰਦੇ ਨਹੀਂ, ਤੇ ਹੋਏ ਅਤਿਆਚਾਰ ਜ਼ੁਲਮ ਨੂੰ ਕਦੇ ਜਰਦੇ ਨਹੀਂ। ਪੈ ਕਾਹੂ ਕੋ ਦੇਤ ਨੈ ਪੈ ਮਾਨਤ ਆਨ, ਨਾ ਕਿਸੇ ਨੂੰ ਡਰ ਦਿੰਦੇ ਆ, ਨਾ ਕਿਸੇ ਦਾ ਡਰ ਮੰਨਦੇ ਆ। ਚੂੰ ਕਰ ਅੱਜ ਹਮਾ ਹੀਲ ਤੇ ਦਰਗਜਸਤ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਅੰਗਰੇਜ਼ਾਂ ਨੇ ਵੀ ਪੁੱਛਿਆ ਸੀ, ਇਹ ਕੀ ਆਖਿਆ ਗੁਰੂ ਗੋਬਿੰਦ ਸਿੰਘ ਨੇ? ਕਹਿੰਦੇ ਗੁਰੂ ਗੋਬਿੰਦ ਸਿੰਘ ਕਹਿੰਦੇ ਦੁਸ਼ਮਣ ਚੜ੍ਹ ਕੇ ਆਉਂਦਾ, ਅਸੀਂ ਉਹਨੂੰ ਹੱਥ ਵੀ ਜੋੜ ਦਿੰਦੇ। ਜਾ ਭਾਈ ਕੀ ਲੈਣਾ ਲੜ ਕੇ। ਅਸੀਂ ਜਦੋਂ ਮਸ਼ਹੂਰ ਸੀ ਨਾ ਦੁੱਧੀ, ਮੈਨੂੰ ਸਿੰਘਾਂ ਨੇ ਕਿਹਾ ਬਾਬਾ ਜੀ ਉੱਧਰੋਂ ਗੋਲੇ ਆ ਜਾਂਦੇ, ਫਿਰ ਅਸੀਂ ਫੈਰ ਕਰਦੇ। ਅਸੀਂ ਕਿਉਂ ਉਹਨਾਂ ਨੂੰ ਸਾਹਮਣੇ ਵੇਖ ਕੇ ਫੈਰ ਕਰ ਦਿੰਦੇ? ਇਸ ਤਰ੍ਹਾਂ ਰਾਜਨੀਤੀ ਠੀਕ ਨਹੀਂ ਸਾਡੀ। ਮੈਂ ਕਿਹਾ ਰਾਜਨੀਤੀ ਠੀਕ ਆ, ਸਾਡੇ ਗੁਰੂ ਦਾ ਹੁਕਮ ਹੈ ਕਿ ਪਹਿਲਾਂ ਕਿਸੇ ਦੇ ਵਾਰ ਨਹੀਂ ਕਰਨਾ। ਕਹਿੰਦੇ ਦੁਸ਼ਮਣ ਆਏ, ਉਹਨੂੰ ਕਹਿੰਦੇ ਜਾ ਪਿਆਰਿਆ ਕੀ ਲੈਣਾ ਖੂਨ ਖਰਾਬਾ ਕਰਕੇ। ਚੂੰ ਕਰ ਆ ਜਾਮਾ ਹੀਲ ਤੇ ਦਰਗੁਜਸਤ। ਕਹਿੰਦੇ ਨਹੀਂ ਮੰਨਦਾ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਅਸੀਂ ਸ਼ਮਸ਼ੀਰ ਕੱਢਦੇ ਹਾਂ, ਹਲਾਲ ਕਰਕੇ ਧਰਤੀ 'ਤੇ ਸੁੱਟ ਦਿੰਦੇ। ਖਾਲਸੇ ਦਾ ਗੁਣ ਹੀ ਇਹ ਕਲਗੀਧਰ ਪਾਤਸ਼ਾਹ ਨੇ ਬਖਸ਼ਿਸ਼ ਕੀਤਾ।
अंग्रेज़ां ने आखिया हिंदुस्तान च 22 सूबे आ पर 21 नूं असीं सर कर लिया, बड़ी छेती छेती जित लिया, सारे साडे अधीन हो गए। ये 22 पंजाब ही नहीं साथों काबू आ रहा। बड़ा विशाल राज सी पंजाब दा, उदों सब तो वड्डा सूबा नहीं ये देश सी पंजाब है, पर वो कहते इसे दा हिस्सा, पर यह क्यों नहीं साडे काबू आ रहा। उन्होंने एक ना बड़ी वड्डी मीटिंग की, वो सिट्टा कढ़िया, कहते बड़े बड़े वड्डे धर्मी आए, इन्हां दे धर्म नूं पढ़ो, धर्म की इन्हां दा। अंग्रेज़ आए सरदार रतन सिंह भंगू कोल, कहते तुहाडा ग्रंथ किहड़ा जिहनूं तुसीं गुरु मानदे जे। वो लिआया, वो कहंदे जी साडे 2 ग्रंथ है। जदों उन्हां दस्सिया, गुरु ग्रंथ साहिब दे दर्शन करा दिते। कहंदे दूसरा ग्रंथ, कहंदे वो ग्रंथ साडा गुप्त ग्रंथ है, वो नहीं असीं तुहानूं दर्शन करा सकदे। ਉਹਦੇ ਵਿੱਚ ही लिखिया राज करेगा खालसा, खालसे दे राज करन दा कनसैप्ट उसे विच लिखिया, उसे विच ही 7 विसाखियां दा लिखिया। कहंदे नहीं वो गुप्त है खजाना, वो नहीं असीं दस सकदे। उन्होंने कहा गुप्त नूं लभना पएगा। लभण वास्ते उन्होंने गुरुद्वारा साहब दे विच डुप्लीकेट घुसपैठ की, अपने पुजारी वर्ग नूं वाड़िया, किते नरैणू महंत वर्गियां नूं वाड़िया, ननकाणा साहब ते किते होर, ते उन्होंने कहा इन्हां दे गुरुद्वारियां दे उत्ते करो, तां करके ये कौम जिहड़ी ये काबू आ सकती है। सो गुरमुख प्यारिओ, अपने मुढ़नों ना टुटो, तुसी कदे नहीं टुटोगे। जिहड़े ग्रंथ हत्थ रख के कसम खाधी आ ना, जदों तुसी उस गुरु दे नहीं हुंदे ना, ते मैं एक फौजी होण दे नाते मैनूं तुहाडे ते शंका होण लग पैंदा कि ये अमृतधारी नहीं आ, ये गुरु वाला नहीं बनिया। इन्हें हत्थ रख के कसम ते खाली ग्रंथ ते ये कदे भी गदारी कर सकदा, क्योंकि इन्हें गुरु गोबिंद सिंह ने गदारी कर दी। इन्हें सरबंस वार के आख्या, इन पुत्रन की शीस पर वार दिए सुत चार, चार मुए तो क्या बया जीवत कई हजार। वारना पता की आ, 10 मिनट है समा। वारना पता की गुरमुखो, आपां बच्चे तो नोट वार के सुट दिंने, ਉਹਦੇ पैरों सुटते हैं। ਉਹਦਾ मतलब पता की हुंदा, असीं मनदे हां भावें ये सच नहीं है कि माया नाल दुनिया की हर खुशी खरीदी जाती, सच नहीं है, पर असीं समाज संसारी लोग मन लैने आ ते असीं कहने मैं माया अपने बच्चे तो वार के दे पैरों सुट दी, ये जोड़ी दे सामने इस पैसे का मेरे लिए कोई मुल नहीं है। पर गुरु गोबिंद सिंह ने साडे तो कुछ वारिया है। की वारिया उन्हें? उन्हें 4 लाल वारे साडे तो। सब तो कीमती पुत्र हुंदे ना, असीं वार सकते पुत अपना, बड़ा औखा काम जी, ये खेड बड़ी औखी है। पर उन्हें 4 वार के भी ये नहीं कहा असीं 100 रुपया वार के पता की कहने मैं तेरे पुत तो 100 वारिया ही हो। दिखा दिखा के ऐदा नोट सुट्टणगे विआह शादी 10 दे होणगे, एक एक करके इदां सुट्टणगे भी मैं इन्ने पैसे वार रहा। वो मेरे प्यो ने तो सारा सरबंस वार के भी नहीं सानू जताया कि मैं तुहाडे तो वारिया। जे पुछ भी लिया तो उन्हें की आख्या, इन पुत्रन के शीस पर वार दिए सुत चार, चार मुए तो क्या बया जीवत कई हजार। 4 ही मरे फिर की होया, हज़ारां पुत मेरे खालसा जिंदा कोई माँ जां प्यो कह सकदा एक पुत मर गया तो फिर की हो गया। मैं बचन कर रहा सी जिहड़े हुण साडे सरदार साहिबान बने ने एक साहब, तो मैं उहदी जिस दिन पैप्स परेड होई रैंक लग्या तो मैं उन्होंने स्पैशली बेनती की, भाई साहब सिंघा एक बेनती जरा ध्यान नाल सुनी। जदों फौज विच जां पुलिस च मोढे ते स्टार लगदा ना, उदों उहनूं कहिंदे सरदार साहिबान। मैं एक बार ना पुलिस आई तो बापू जी ने कहा, कहते एक कुर्सी लियाओ घरों सरदार साहब वास्ते। तो असीं वेख्या सारे पुलिस वाले तो सरदार सी, पर एक दे मोढे ते 2 स्टार लगे सी। वो सारे ही बन्निया ते बह गए, वो कल्ला खड़ा इस तरह कछां च बाहां लैके। सरदार जिहड़ा हुंदा वो थोड़ी इदां पैंदा। ते जदों कुर्सी लिआंदी थाणेदार बह गया, तो मैं सुभावक ही पुछया, 4वीं 5वीं पढ़दे, मैं बापू जी तुसीं क्या सरदार साहब लई सारे तो सरदार ही? कहते नहीं नहीं नहीं, सरदार कल्ला वही आ गौरमेंट के कागजां च जिहदे मोढे ते उन्हां स्टार लाए आ। तो मैं सिंह नूं कह रहा सी, सानू गुरु गोबिंद सिंह ने जमदियां नूं सरदार बनाया। अज तुसीं देश के प्रधानमंत्री दे नाल तुरे जांदे हो, तो कोई तुहानूं कह दे सरदार जी या सरदार साहिबान, तो प्रधानमंत्री रोक के पूछ ले किन्नी की जमीन तेरे को, तुसीं को मेरे को एक किला भी नहीं, कनाल भी नहीं, किन्ने के पैसे तेरे को, तुसीं को 10 रुपये भी जेब च नहीं। पर तैनूं सरदार जी क्यों कहा, मैनूं क्यों नहीं कहा, मैं देश का प्रधानमंत्री हाँ। तुहाडा ये जवाब होएगा, मैं पूछेगा की कीता सरदार बन लई, वो कहेगा मैं कुछ नहीं कीता,
पर मेरा प्यो एडियां वड्डियां कुर्बानियां कर गया, वो मैनू रहिंदी दुनिया तक मैं सरदार ही रहांगा, मैं कुछ भी ना करा। उन्हें की आख्या, जिनकी जात गोत कुल मैं सरदारी ना भई कदाही, तिन्हीं को मैं सरदार बनाऊं, 1.25 लाख से एक लड़ाऊं, तबे गोबिंद सिंह नाम कहाऊं। ये सरदारी गुरु साहब ने सानू बख्शी आ। तो मैं बेनती कर रहा से अपने वीर नूं कि हुण सतगुर ने किरपा की, हुण तो गौरमेंट ने भी तेनों सरदार मान लिया, हुण सरदार बन जा, हुण गुरु गोबिंद सिंह वर्गा बन जा। जिहड़ा प्यो दे नाल पुत्र दी शक्ल ना मिले, लोग शंके करन लग पैंदे आ। एक गल याद है, किसी के घर बच्चा होवे ते क्यों लोग देखण आउंदे आ, आउंदियां ना बीबियां बड़ी छेती छेती आउंदियां, रिश्तेदार तो आउंदे, चलो ठीक हो, ये ना कहे क्यों क्यों आया नहीं फलाना, पर बीबियां असल चो बच्चे की शक्ल वेखण आउंदियां, तो फिर पता की आंदियां, नहीं ये तो अपने प्यो तो बिल्कुल ही नहीं गया, ये शक्ल बिल्कुल ही नहीं प्यो तो मिलती, तो वह मतलब कि अंदरों समझ रहे तुसीं सारे कि प्यो की औलाद है ही नहीं है। हुण जदों तुसीं दाड़ियां केस कतल करदे हो, तो मैं तो यही कहना भी तुहाडी शक्ल बिल्कुल नहीं प्यो तो मिलती, तो मैं तो ये दस भी देना, मैनूं डर नहीं, क्योंकि मैं अपने प्यो की गोद च बैठा, इत्थे तो बड़े बड़े झुकते आके, तो मैं कहना होना जकरिया खान तो मिलती आ, किते ऐसा तो नहीं कोई जकरिया की वंश इधर भी तुरी फिरदी होवे कि गांव भी बच्चे उन्हां वर्गे जम्मी जाण डे आ, कलगीधर पातशाह वर्गे तो है ही नहीं। सो गुरमुख प्यारिओ, ये सच है पर थोड़ा कौड़ा है, पर जे कौड़ा सच असी ना बोलांगे ना, तो गुरमुख प्यारिओ कई बीमारियां होंदियां जिहड़ियां मिर्चां नाल भी ठीक होंदियां। इस करके गुरु गोबिंद सिंह साहब दे पुत बन जो। गुरु साहब का गुरपुरब मनाउण दा तां इलाहा है, जे गुरु साहब का हुक्म मनोगे। अज तो फौज ने मोढे ते स्टार ला के सरदार बना दिता, पर जे गुरु गोबिंद सिंह दे नज़र च सरदार नहीं बने ना, नरकां च भी ढोई नहीं जे मिलनी। गुरमुख प्यारिओ, ये मेरी बेनती है, ये तरला है, ये साहिबजादियां दी शहीदी दा वास्ता है, ये गुरु नानक साहब महाराज दियां बगदाद तक दियां फेरियां दा वास्ता है तुहाडे चरनां च। वो साडे गुरु ने ते उत्थे जाके बगदाद दे विच उन्हां दियां बांगां भी आबाद करवा दित्तियां। इत्थे तुसीं कहंदे हो गुरु ग्रंथ साहिब दी बेदबी क्यों हो रही, आ क्यों हो रहा, वो सारा साडा करके हो रहा। जदों पुत मखट्टू होना, तो जिहड़ा मर्जी हो प्यो ते आके वार कर जांदा, उहनूं पता इहदे ते पोती मखट्टू आ। तो जदों पुत हुंदे सी ना बाबा दीप सिंह वर्गे, तो उदों इधर नूं कोई मूँह नहीं सी करदा। 100 साल गुलाम रहा हिंदुस्तान पहलां, ते पंजाब 100 साल बाद उन्हां दी गुलामी विच आया। हिंदुस्तान ने 200 साल गुलामी झेली आ, पर साडे पंजाब ने सिर्फ 99 साल, 100 साल मान लो, 100 साल असी गुलाम रहे हाँ। वो जदों तुहाडे साडे वर्गे आ गए तां गुलाम होना पिया, क्योंकि उन्होंने धोखे नाल सरदार हरी सिंह नलूए नूं शहीद करवा दिता। उन्हां धोखे नाल अकाली बाबा फूला सिंह नूं शहीद करवा दिता। जदों ऐसे योधे सी ना, उदों कोई इधर नूं तक नहीं सकिया। कल्ला ही नलूआ शेर कहंदा सी महाराजा रणजीत सिंह नूं, कहंदा रणजीत सिंघा तू राज कर, मैं जमरौद के किले ते बैठा, कोई सरहद के नेड़े भी ढुक नहीं सकेगा। अज इन्नी फोर्स लाई फिर भी किन्ने घुसपैठ हो गई। तो जे एक कानून फौज लागू कर दो ना कि सिख अमृतधारी ही फौज आएगा, तुहाडियां सरहदां दी सेफ्टी हो जाएगी। वो सरहदां ते डट के खड़ जाणगे, वो ना भुक्की खाणगे, ना समैक खाणगे, ना नशा पीणगे। चिंता नहीं होएगी कि गड्डी लैके जा रहा ड्राइवर मूँह सूंघ के देखो शराब तो नहीं किते पीती। सतगुरु कृपा कर अंतलियां पंक्तियां हैं, आवन 78 जान 97। बाबा जी कहते गुरु नानक पातशाह लालो नूं, भाई लालो नूं कहते हो 78 संमत दे विच आउणगे। बाबा कदों तक रहणगे, कहते 97 दे विच चले जाणगे। होर भी उठसी मर्द का चेला, इथों फिर मर्द का चेला कोई उठेगा, वो उन्होंने इथों फिर भजा देगा। सच की बाणी नानक आखै, सच सुनाए सी सच की बेला। कहते ए नानक सच दा हुक्म जिहड़ा अकाल पुरख दा आया, वो तुहानूं सारा सच दी बेला सुना रहा। सतगुरु कृपा करन इन्ने क बचन करदे होए समाप्ति। ਸਿੰਘਾਂ ने बड़ियां बेनतियां कीतियां सी, बाबा जी 7:30 समाप्ति कर दिओ। मैं जिक्र करदा हुन्ना कई वारी कि किसी ने घर च कुत्ता रखिया होवे ते मालक बैठा होवे ना, ते होर कोई आए तो वह कुत्ता भौंकी जांदा, भावें वो मालक कहे चुप कर जा बस कर दे, पर वह भौंकदा काली कि मालक बड़ा खुश होएगा। वो मालक दे प्यार च भी भौंकदा कि मेरा मालक एडा दयालु आ कुछ कृपा करदा, ते साडा मालक एडा दयालु आ, वो साडे तो सारा सरबंस ही वार दिंदा।
ਸਾਰਾ ਸਰਬੰਸ ਹੀ ਕੁਰਬਾਨ ਕਰ ਦਿੰਦਾ ਤੇ ਦਿਲ ਸਾਡਾ ਵੀ ਕਰਦਾ ਕਿ ਉਹਦੇ ਨਾਂ 'ਚ ਹੋਰ ਦੋ ਸ਼ਬਦਾਂ ਸੰਗਤ ਨਾਲ ਸਾਂਝ ਪਾ ਦਈਏ, ਜਿਸ ਕਰਕੇ ਉਹ ਗੁਰੂ ਦੀ ਸਾਡੇ ਤੇ ਦ੍ਰਿਸ਼ਟੀ ਪਈ ਰਹੇ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਅਪਰਾਧੀ ਤਰਿਆ ਰੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਬਾਸ ਨਾ ਭਰਿਆ ਰੇ। ਅੰਮ੍ਰਿਤ ਛਕੀਏ, ਗੁਰੂ ਵਾਲੇ ਬਣੀਏ। ਮੇਰਾ ਸਤਿਗੁਰ ਦੇ ਚਰਨਾਂ 'ਚ ਇਹ ਅਰਦਾਸ ਬੇਨਤੀ ਤਰਲਾ ਹੈ ਕਿ ਮਹਾਰਾਜ ਜੀ ਇਸ ਪਲਟਨ ਦੀ ਸੇਵਾ ਦਿੱਤੀ ਹੈ ਨਾ, ਤੇ ਮੈਂ ਉਸ ਦਿਨ ਸਫਲਾ ਮੰਨਾਂਗਾ ਜਿਸ ਦਿਨ ਘੱਟ ਤੋਂ ਘੱਟ 80% ਮੇਰੇ ਸਿੰਘ ਅੰਮ੍ਰਿਤਧਾਰੀ ਹੋ ਜਾਣਗੇ। ਮੇਰਾ ਇਹ ਟੀਚਾ ਹੈ ਕਿ ਇਹ ਪਲਟਨ ਨੂੰ ਦੇਖ ਕੇ ਪਤਾ ਲੱਗੇ ਕਿ ਵਾਕਿਆ ਹੀ ਖਾਲਸਾ ਪਲਟਨ ਹੈ। ਸਤਿਗੁਰ ਚੜ੍ਹਦੀਆਂ ਕਲਾ ਬਖਸ਼ਣ, ਆਸ ਮੁਰਾਦ ਪੂਰੀ ਕਰਨ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ।